परम सम्मानयोग गुरु प्यारिओ, वाहिगुरु जी का खालसा, वाहिगुरु जी की फतेह। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਭਗਤ ਬਾਣੀ ਵਿੱਚੋਂ ਅਸੀਂ ਕੁਝ ਸ਼ਬਦਾਂ ਦੀ ਵਿਚਾਰ ਕਰਦੇ ਹਾਂ। ਅੱਜ ਦਾ ਜੋ ਸ਼ਬਦ ਆਪ ਜੀ ਦੇ ਸਾਹਮਣੇ ਡਿਸਪਲੇ ਕੀਤਾ ਗਿਆ ਹੈ, ਇਹ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਰਾਮਕਲੀ ਰਾਗ ਵਿੱਚ ਹੈ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਭਾਵਨਿਧ ਤਰਨ ਤਾਰਨ ਚਿੰਤਾਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਗੋਬਿੰਦ ਹਮ ਐਸੇ अपराधी, जिन प्रभ जियो पिंड था दिया, तिसकी भाव भगत नहीं साधी। ਇਹ ਸ਼ਬਦੀ ਵਿਚਾਰ ਅੱਜ ਕਰ ਰਹੇ ਹਨ ਵੀਰ ਕੁਲਵੰਤ ਸਿੰਘ ਜੀ ਜੰਮੂ। ਬੇਨਤੀ ਕਰਦਾ ਹਾਂ ਵੀਰ ਜੀ ਕਿਰਪਾ ਕਰੋ, ਅੱਜ ਦੀ ਵਿਚਾਰ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਮੂਰਖ ਕੀ ਕੇਤਕ ਬਾਤ ਹੈ, ਊਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮਕਲੀ ਕਬੀਰ ਜੀ। ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ। ਪਵਨਿਧ ਤਰਨ ਤਾਰਨ ਚਿੰਤਾ ਮਨ, ਇਕ ਨਿਮਖ ਨਾ ਇਹ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦਿਆ। ਤਿਸਕੀ ਭਾਉ ਭਗਤ ਨਹੀਂ ਸਾਧੇ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦਿਆ। ਤਿਸਕੀ ਪਾਉ ਭਗਤ ਨਹੀਂ ਸਾਧੇ। ਰਹਾਉ ਪਰ ਥਾਨੋ ਪਰ ਤਾਨੋ ਭਰਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨ ਟੋਟੈ। ਜਹ ਕਰ ਕਥਾ ਹੋਤ ਹਰ ਸੰਤਨ, ਇਕ ਨਿਮਖ ਨ ਕੀਨੋ ਮੈਂ ਫੇਰਾ। ਲੰਪਟ ਚੋਰ ਦੂਤ ਮਤਵਾਰੇ, ਤਿਨ ਸੰਗ ਸਦਾ ਬਸੇਰਾ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ। ਦਇਆ ਧਰਮ ਹਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਦੀਨ ਦਇਆਲ ਕਿਰਪਾਲ ਦਮੋਦਰ, ਭਗਤ ਬਚਨ ਭੈ ਹਾਰੇ। ਕਹਿਤ ਕਬੀਰ ਪੀਰ ਜਨ ਰਾਖੋ, ਹਰ ਸੇਵਾ ਕਰੂੰ ਤੁਮਾਰੇ। ਕਹਿਤ ਕਬੀਰ ਪੀਰ ਜਨ ਰਾਖੋ, ਹਰ ਸੇਵਾ ਕਰੂੰ ਤੁਮਾਰੇ। ਪਰਮ ਸਨਮਾਨਯੋਗ ਸਿੱਖ ਮਿਸ਼ਨ ਕਾਲਜ ਦੀ ਗੁਰਮਤਿ ਕਲਾਸ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਇਹ ਪਾਵਨ ਸ਼ਬਦ ਜਿਸ ਦਾ ਪਾਠ ਉਚਾਰਨ ਅਸੀਂ ਸਰਵਣ ਕੀਤਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 970 ਤੇ ਸੁਭਾਇਮਾਨ ਹੈ ਰਾਮਕਲੀ ਰਾਗ ਵਿੱਚ, ਜੋ ਕਿ ਭਗਤ ਕਬੀਰ ਸਾਹਿਬ ਜੀ ਦੀ ਮੁਖਾਰਬਿੰਦ ਬਾਣੀ ਹੈ। ਇਸ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਓ
ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਤੋਂ ਆਰੰਭ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਸ਼ਬਦ ਦਾ ਮੁੱਖ ਭਾਵ ਜੋ ਰਹਾਉ ਦੇ ਬੰਦ ਵਿੱਚ ਹੈ ਉਸ ਦੇ ਵਿਚਾਰ ਤੋਂ ਸ਼ੁਰੂ ਕਰੀਏ। ਆਓ ਪਹਿਲਾਂ ਸ਼ਬਦ ਦੇ ਵਿੱਚ ਆਏ ਮੁੱਖ ਸ਼ਬਦ ਨੇ ਉਹਨਾਂ ਦੇ ਪਦ ਅਰਥ ਸਮਝ ਲਈਏ। ਕਵਨ ਕਾਜ ਸਿਰਜੇ ਜਗ ਭੀਤਰ। ਕਾਜ ਦਾ ਅਰਥ ਹੁੰਦਾ ਹੈ ਕੰਮ, ਇਸ ਕੰਮ ਲਈ। ਕਵਨ ਕਾਜ, ਕਿਹੜੇ ਕੰਮ ਲਈ। ਜਨਮ ਮੈਨੂੰ ਸਿਆਰੀ ਹੈ, ਜਨਮ ਲੈ ਕੇ ਭਾਵ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਭਵਨਿਧ ਤਰਨ ਤਾਰਨ ਚਿੰਤਾ ਮਨ। ਭਵਨਿਧ ਭਾਵ ਇਹ ਸੰਸਾਰ ਸਾਗਰ, ਇਹ ਸੰਸਾਰ ਸਮੁੰਦਰ, ਇਸ ਨੂੰ ਤਾਰਨ ਵਾਲਾ, ਇਸ ਤੋਂ ਪਾਰ ਉਤਾਰਨ ਵਾਲਾ ਵਾਹਿਗੁਰੂ ਅਕਾਲ ਪੁਰਖ। ਭਵਨਿਧ ਤਰਨ ਤਾਰਨ ਚਿੰਤਾ ਮਨ। ਚਿੰਤਾ ਮਨ, ਚਿੰਤਾ ਦੀ ਬਾਣੀ ਭਾਵ ਚਿੰਤਾ ਨੂੰ ਹਰਨ ਵਾਲਾ, ਸਾਡੇ ਫਿਕਰਾਂ ਨੂੰ ਦੂਰ ਕਰਨ ਵਾਲਾ, ਸਾਡੇ ਮਨੁੱਖਾ ਜਨ ਨੂੰ ਸਫਲ ਕਰਨ ਵਾਲਾ। ਜਿਨ ਪ੍ਰਭ, ਜਿਨ ਭਾਵ ਜਿਸ ਨੇ, ਜਿਸ ਪ੍ਰਭੂ ਨੇ। ਜਿਨ ਪ੍ਰਭ ਜੀਉ ਪਿੰਡ। ਜੀਉ ਪਿੰਡ ਦਾ ਅਰਥ ਹੁੰਦਾ ਹੈ ਇਹ ਜੀਵਾਤਮਾ ਅਤੇ ਪਿੰਡ ਸਰੀਰ। ਜੀਉ ਪਿੰਡ ਜਿਸ ਵਾਹਿਗੁਰੂ ਨੇ ਇਹ ਜਿੰਦ ਅਤੇ ਸਰੀਰ ਦਿੱਤਾ ਹੈ। ਪ੍ਰਤੀ ਨਿੰਦਾ, ਪ੍ਰਾਈ ਨਿੰਦਿਆ, ਦੂਜਿਆਂ ਦੀ ਨਿੰਦਿਆ ਕਰਨੀ। ਪ੍ਰਤੀ ਪ੍ਰਾਈ ਨਿੰਦਾ, ਨਿੰਦਿਆ ਕਰਨੀ। ਅਪਵਾਦ, ਵਿਰੋਧ, ਝਗੜਾ, ਹਮੇਸ਼ਾ ਦੂਜੇ ਨਾਲ ਝਗੜਾ ਬਣਾਈ ਰੱਖਣਾ, ਵਾਦ ਵਿਵਾਦ ਵਿੱਚ ਪਈ ਰਹਿਣਾ, ਅਪਵਾਦ। ਫੁਨ ਫੁਨ ਦਾ ਅਰਥ ਹੁੰਦਾ ਮੁੜ ਮੁੜ ਕੇ। ਆਵਾਗਮਨ ਹੋਤ ਹੈ ਫੁਨ ਫੁਨ। ਪ੍ਰਸੰਗ ਭਾਵ ਇਹ ਵਿਆਖਿਆ, ਇਹ ਝੇੜਾ, ਇਹ ਝੰਬੇਲਾ, ਆਵਾਗਮਨ ਦਾ ਝੰਬੇਲਾ। ਹਰ ਸੰਤਨ, ਹਰੀ ਦੇ ਸੰਤ ਜਨਾਂ ਦੀ ਭਾਵ ਸਤਸੰਗਤ ਦੀ, ਪ੍ਰਭੂ ਦੇ ਭਗਤਾਂ ਦੀ। ਲੰਪਟ ਦਾ ਅਰਥ ਹੈ ਵਿਸ਼ਈ, ਵਿਕਾਰੀ, ਗਲਤ ਵਿਚਾਰਾਂ ਵਾਲਾ, ਗਲਤ ਵਿਕਾਰੀ ਮਨੁੱਖ। ਦੂਤ, ਮਾੜਾ ਬੰਦਾ। ਮਦ ਭਾਵ ਸ਼ਰਾਬ, ਮਦ ਮਸਤ ਜਿਸ ਤਰ੍ਹਾਂ ਕਹਿ ਦਿੰਦੇ ਹਨ। ਮਦ ਦਾ ਅਰਥ ਹੈ ਸ਼ਰਾਬ, ਨਸ਼ਈ। ਮਤਸਰ ਤੋਂ ਭਾਵ ਹੈ ਈਰਖਾ ਵਾਲਾ, ਈਰਖਾਲੂ। परथन परतन परति निंदा पर अपवाद न छूट है। आवागमन होत है फुन फुन ए प्रसंग न टूट है। जह कर कथा होत हर संतन एक निमक ना कीनो मैं फेरा। निमक भाव एक अख दे पल जिन्ना समा भी। उस तो अगे आउंदा माया, माया दे विच मस्त, मत्सर, ईरखालू। संपै दा अर्थ हुंदा धन दौलत, संपत्ति, संपै। दया धर्म अर गुर की सेवा ए सुपन अंतर। सुपने दे अंतर भाव सुपने विच भी दामोदर कृष्ण जी ਦਾ ਪ੍ਰਾਇਵਾਚੀ ਸ਼ਬਦ ਹੈ। ਕ੍ਰਿਸ਼ਨ ਜੀ ਦੇ ਦੁਆਲੇ ਮੰਨਿਆ ਜਾਂਦਾ ਹੈ ਕਿ ਲੱਕ ਵਿੱਚ ਰੱਸੀ ਪਾਈ ਹੁੰਦੀ ਸੀ। तो ਗੁਰਬਾਣੀ ਲਿਖਣ ਸ਼ੈਲੀ ਵਿੱਚ ਜਿਵੇਂ ਬਹੁਤ ਸਾਰੇ ਸ਼ਬਦ ਗੋਪਾਲ, ਗੋਪਾਲ, ਗੋਬਿੰਦ, ਦਮੋਦਰ ਆਦਿਕ ਸ਼ਬਦ ਉਸ ਪਰਮਾਤਮਾ ਵਾਸਤੇ ਵਰਤੇ ਗਏ ਨੇ। ਇੱਥੇ ਦਮੋਦਰ ਦਾ ਅਰਥ ਵੀ ਉਸ ਵਾਹਿਗੁਰੂ ਪ੍ਰਤੀ ਹੀ ਹੈ ਜੋ ਭਗਤ ਵਛਲ ਹੈ। ਭਗਤ ਵਛਲ ਭਾਵ ਭਗਤਾਂ ਦੀ ਪੈਜ ਰੱਖਣ ਵਾਲਾ। ਭੈ ਹਾਰੀ, ਭੈ ਨੂੰ ਹਰਨ ਵਾਲਾ, ਦੁੱਖਾਂ ਨੂੰ ਦੂਰ ਕਰਨ ਵਾਲਾ, ਸਾਡੇ ਡਰ ਨੂੰ ਖਤਮ ਕਰਨ ਵਾਲਾ। ਕਹਿਤ ਕਬੀਰ ਭੀਰ ਜਨ ਰਾਖੋ। ਕਹਿਤ ਤੋਂ ਅਰਥ ਹੈ ਕਹਿੰਦਾ ਹੈ, ਕਬੀਰ ਕਹਿੰਦਾ ਹੈ ਭਾਵ ਕਬੀਰ ਜੀ ਆਖਦੇ ਹਨ ਭੀਰ ਜਨ ਰਾਖੋ, ਆਪਣੇ ਸੇਵਕ ਨੂੰ ਇਸ ਭੀੜਾ ਤੋਂ ਬਚਾ ਲਵੋ। ਭੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ। ਤੁਮਾਰੀ ਪੈਰ ਚ ਹਲੰਤ ਲਗਾ ਕੇ ਪਾਠ ਉਚਾਰਨ ਮੰਮਾ ਨੂੰ ਥੋੜਾ ਜਿਹਾ ਲਮਕਾ ਕੇ ਤੁਮਾਰੀ ਕਰਾਂਗੇ, ਤੁਮਾਰੀ ਨਹੀਂ ਸਿੱਧਾ। ਹਰ ਸੇਵਾ ਕਰੋ ਤੁਮਾਰੀ। ਤੁਮਾਰੀ ਤੋਂ ਅਰਥ ਹੈ ਭਗਤ ਤੁਹਾਡੀ, ਤੁਸਾਂ ਦੀ। ਆਓ ਇਸ ਸ਼ਬਦ ਦੇ ਰਹਾਉ ਦੇ ਬੰਦ ਤੋਂ
ਵਿਚਾਰ ਆਰੰਭ ਕਰਦੇ ਹਾਂ। ਰਹਾਉ ਦਾ ਬੰਦ ਹੈ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਖਾਦੀਆ, ਤਿਸਕੀ ਪਾਓ ਭਗਤ ਨਹੀਂ ਸਾਦੀ। ਗੋਬਿੰਦ ਸੰਬੋਧਨ ਕਾਰਕ ਵਿੱਚ ਹੈ, ਦੱਦਾ ਮੁਕਤਾ ਹੈ। ਉਹ ਇੱਥੇ ਭਾਵ ਹੈ ਗੋਬਿੰਦ, हे ਪ੍ਰਭੂ। ਗੋਬਿੰਦ ਹਮ ਐਸੇ ਅਪਰਾਧੀ, हे ਗੋਬਿੰਦ ਅਸੀਂ ਇੰਨੇ ਅਪਰਾਧੀ ਹਾਂ, ਇੰਨੇ ਅਪਰਾਧ ਕਰਨ ਵਾਲੇ ਹਾਂ, ਇੰਨੇ ਮਾੜੇ ਕਰਮ ਕਰਨ ਵਾਲੇ ਹਾਂ। ਕਿਸ ਤਰ੍ਹਾਂ? ਜਿਨ ਪ੍ਰਭ ਜੀਓ ਪਿੰਡ ਖਾਦੀਆ, ਜਿਸ ਪ੍ਰਭੂ ਨੇ ਸਾਨੂੰ ਇਹ ਜੀਵਨ ਬਖਸ਼ਿਆ, ਇਹ ਪ੍ਰਾਣ ਬਖਸ਼ੇ ਨੇ, ਇਸ ਸਰੀਰ ਵਿੱਚ, ਇਸ ਮਨੁੱਖਾ ਜਨਮ ਵਿੱਚ ਭੇਜਿਆ, ਜਿਸ ਨੇ ਇਹ ਜੀਵ ਅਤੇ ਪਿੰਡ, ਇਹ ਆਤਮਾ ਅਤੇ ਸਰੀਰ ਬਖਸ਼ਿਸ਼ ਕੀਤਾ ਹੈ, ਉਸ ਪ੍ਰਮਾਤਮਾ ਦੀ ਤਿਸ ਕੀ ਪਾਓ ਭਗਤ ਨਹੀਂ ਸਾਧੀ, ਉਹਦੀ ਪ੍ਰੇਮਾ ਭਗਤੀ ਨਹੀਂ ਕੀਤੀ। ਜਿਸ ਪ੍ਰਭੂ ਨੇ ਇਹ ਮਨੁੱਖਾ ਜਨਮ ਦਿੱਤਾ ਹੈ, ਉਸ ਦੀ ਕਦੀ ਵੀ ਯਾਦ ਵਿੱਚ ਜੁੜਿਆ ਨਹੀਂ, ਉਸ ਪ੍ਰਭੂ ਦੇ ਕਦੇ ਵੀ ਚਿੰਤਨ ਵਿੱਚ ਜੁੜਿਆ ਨਹੀਂ। ਇਸ ਕਰਕੇ ਅਸੀਂ ਇੰਨੇ ਅਪਰਾਧੀ ਹੋ ਗਏ ਹਾਂ ਕਿ ਸਾਨੂੰ ਭੁੱਲ ਹੀ ਜਾਂਦਾ ਹੈ ਕਿ ਮਨੁੱਖਾ ਜਨਮ ਦਾ ਅਸਲ ਮਕਸਦ ਕੀ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਇਸੇ ਭਾਵ ਦੀ ਵਿਆਖਿਆ ਕਰਦਿਆਂ ਆਪਣੇ ਇੱਕ ਸ਼ਬਦ ਵਿੱਚ ਵਰਣਨ ਕੀਤਾ ਹੈ ਕਿ ਜਿਸ ਪ੍ਰਮਾਤਮਾ ਨੇ ਸਾਨੂੰ ਇਹ ਜੀਵ ਆਤਮਾ ਅਤੇ ਸਰੀਰ ਬਖਸ਼ਿਸ਼ ਕੀਤਾ ਹੈ, ਜਿਸ ਪ੍ਰਮਾਤਮਾ ਨੇ ਸਰੀਰ ਵਿੱਚ ਮੁੱਖ ਲਗਾਇਆ, ਜਿਸ ਨਾਲ ਅਸੀਂ ਪ੍ਰਭੂ ਦਾ ਚਿੰਤਨ ਕਰ ਸਕਦੇ ਹਾਂ, ਬੋਲ ਸਕਦੇ ਹਾਂ, ਜਿਸ ਨੇ ਦੁਨੀਆ ਦੇ ਰਾਗ ਰੰਗ ਵਿੱਚ ਮੂੰਹ ਦਿੱਤਾ ਹੈ, ਨੱਕ ਦਿੱਤਾ ਹੈ ਸੁਗੰਧੀ ਲੈਣ ਲਈ, ਅਤੇ ਇਸ ਸਰੀਰ ਨੂੰ ਜ਼ਿੰਦਾ ਰੱਖਣ ਲਈ ਪਾਣੀ ਵਰਗੀ ਉੱਤਮ ਦਾਤ ਦਿੱਤੀ ਹੈ, ਅਨਾਜ ਦਿੱਤਾ ਹੈ ਖਾਣ ਲਈ, ਕਪੜਾ ਦਿੱਤਾ ਹੈ ਪਹਿਨਣ ਲਈ, ਅਤੇ ਹੋਰ ਅਨੇਕਾਂ ਤਰ੍ਹਾਂ ਦੇ 36 ਪਦਾਰਥ ਸਾਡੇ ਭੋਜਨ ਲਈ ਬਖਸ਼ਿਸ਼ ਕੀਤੇ ਨੇ। ਪਰ ਇਹ ਮਨੁੱਖ ਐਸਾ ਨਮਕ ਹਰਾਮ ਹੈ ਕਿ ਜਿਸ ਨੇ ਦਿੱਤੇ ਨੇ ਉਸ ਨੂੰ ਕਦੀ ਵੀ ਯਾਦ ਨਹੀਂ ਕਰਦਾ। ਜਿਸ ਨੇ ਇਹ ਕੀਮਤੀ ਦਾਤਾਂ ਦਿੱਤੀਆਂ ਨੇ ਉਸ ਵੱਲ ਕਦੀ ਵੀ ਧਿਆਨ ਨਹੀਂ ਲਾਉਂਦਾ। ਤੇ ਫਿਰ ਸਾਡਾ ਤੇ ਪਸ਼ੂਆਂ ਵਿੱਚ ਕੀ ਫਰਕ ਹੈ? ਪਸ਼ੂ ਵੀ ਤੇ ਖਾ ਪੀ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ, ਜਿਵੇਂ ਉਹਨਾਂ ਦੀ ਖੁਰਾਕ ਉਹਨਾਂ ਨੂੰ ਮਿਲ ਜਾਂਦੀ ਹੈ, ਸਾਡੀਆਂ ਖੁਰਾਕਾਂ ਸਾਨੂੰ ਮਿਲ ਰਹੀਆਂ ਨੇ। ਫਿਰ ਸਾਡੇ ਤੇ ਪਸ਼ੂਆਂ ਵਿੱਚ ਕੀ ਅੰਤਰ ਹੈ? ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਇਹ ਬਚਨ ਇੰਜ ਦਰਜ ਕੀਤੇ ਨੇ ਗੁਰਬਾਣੀ ਦੇ ਅੰਦਰ, ਸਭ ਜੀਓ ਪਿੰਡ ਮੁਖ ਨੱਕ ਦੀਆ, ਵਰਤਨ ਕੋ ਪਾਣੀ ਅਨ ਖਾਣਾ, ਕੱਪੜ ਪਹਿਨਣ ਦੀਆ, ਰਸ ਅਨ ਉਗਾਣੀ, ਜਿਨ ਦੀਏ ਸੋ ਚਿਤ ਨਾ ਆਵੈ, ਪਸ਼ੂ ਹੋਂ ਕਰ ਜਾਣੀ। ਫਿਰ ਮੈਂ ਪਸ਼ੂਆਂ ਸਮਾਨ ਹੀ ਐਸਾ ਅਪਰਾਧੀ ਹਾਂ ਕਿ ਮੈਂ ਜ਼ਿੰਦਗੀ ਵਿੱਚ ਸਿਰਫ ਸਰੀਰ ਦੇ ਹੀ ਸੁੱਖ ਨੂੰ ਆਪਣੇ ਅਸਲ ਸੁੱਖ ਸਮਝ ਕੇ ਇਸ ਸਰੀਰਕ ਸੁੱਖਾਂ ਦੁੱਖਾਂ ਵਿੱਚ ਹੀ ਆਵਾਗਾਉਣ ਵਿੱਚ ਹੀ ਪਿਆ ਹੋਇਆ ਹਾਂ। ਇਸ ਸਰੀਰ ਦੇ ਸੁੱਖਾਂ ਨੂੰ ਹੀ ਅਸਲ ਸੁੱਖ ਮੰਨ ਕੇ ਆਪਣੇ ਜੀਵਨ ਨੂੰ ਸਫਲ ਹੋਇਆ ਸਮਝ ਰਿਹਾ ਹਾਂ। ਤੇ ਮੇਰੀ ਅਵਸਥਾ ਐਸੀ ਹੈ ਕਿ ਮੈਨੂੰ ਘਰ ਗ੍ਰਸਤੀ ਹੋਣ ਦੇ ਬਾਵਜੂਦ ਵੀ ਪਰਾਈ ਨਾਰ ਵੱਲ ਮੇਰਾ ਚਿੱਤ ਜੁੜਿਆ ਰਹਿੰਦਾ ਹੈ। ਦੁਨੀਆ ਦੇ ਪਦਾਰਥ, ਜਿਵੇਂ ਲੋਕੀ ਮੋਹ ਵਿੱਚ ਫਸੇ ਨੇ, ਮੈਂ ਵੀ ਮੋਹ ਜਾਲ ਵਿੱਚ ਫਸਿਆ ਹੋਇਆ ਹਾਂ। ਮੈਨੂੰ ਵੀ ਆਪਣੇ ਮਕਾਨਾਂ ਦਾ ਚਸਕਾ ਬਣ ਗਿਆ। ਮੈਨੂੰ ਵੀ ਦੁਨੀਆ ਦੇ ਅੰਦਰ ਗੱਡੀਆਂ, ਕਾਰਾਂ, ਸੁੱਖ, ਆਰਾਮ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਰਸ ਭੋਗਣ ਵਾਲਾ ਬਣ ਗਿਆ ਹਾਂ। ਲੇਕਿਨ ਪ੍ਰਮਾਤਮਾ ਕਦੀ ਵੀ ਚੇਤੇ ਨਹੀਂ ਆਉਂਦਾ। ਕਿਉਂ ਛੂਟਾਂ ਮੇਰੇ ਹਰ ਰਾਇਆ, ਮੈਂ ਕਿਵੇਂ ਬਚਾਂਗਾ? ਦੱਸੋ, ਜਿਸ ਪ੍ਰਮਾਤਮਾ ਨੇ ਸਭ ਦਾਤਾਂ ਦਿੱਤੀਆਂ ਨੇ, ਮੇਰੀ ਤਾਂ ਹਾਲਤ ਇਹ ਬਣ ਗਈ ਹੈ। ਕੰਚਨ ਨਾਰੀ ਮੈਂ ਜੀਉ ਲੁਗਤ ਹੈ, ਮੋਹ ਮੀਠਾ ਲਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨਰਸ ਲਾਇਆ, ਹਰ ਪ੍ਰਭ ਚਿਤ ਨਾ ਆਵੇ, ਕਿਉਂ ਛੂਟਾਂ ਮੇਰੇ ਹਰ ਰਾਇਆ। ਐਸਾ ਅਪਰਾਧੀ ਹਾਂ ਗੋਬਿੰਦ, ਹਮ ਐਸੇ ਅਪਰਾਧੀ
जिन प्रभ जियो पिंड था दिया तिसकी भाव भगति नहीं साधी। भाई गुरदास जी ने मनुख दे अंदर वो कई किस्म के अपराध जो मनुख करता है उस परमात्मा के चिंतन को भुल के, परमात्मा की याद को भुल के, जदों ये मनुख आत्मिक मौत ते मर जाता है, उस वाहिगुरू को भुला के आखदा है ते जीउंदा है, विसर जाता है ते मर जाता है। इवें कदी आखदा है, कदी भुल जाता है। इस तरह इस शरीरक दुखों सुखों विच ही खचित होकर अपने जीवन का बहुत सारा समा उन्हां अपराधों में गुजार दिंदा है। भाई गुरदास जी ने लगभग 20 औगण इस मनुखा शरीर के वर्णन करके अपनी पौड़ी के अंदर इंज वर्णन किया कि असीं किहड़े-किहड़े अपराध करते हाँ उस परमात्मा को भुल के। क्योंकि जिन्ने भी अपराध ने मनुख, जे मनुख नूं कदी वो परमात्मा चेते रहे, जे मनुख नूं अपना जीवन मनोरथ चेते रहे कि मैं कवन काज सर्जे जग भीतर, मैं संसार में आया क्यों सा, ये चेते रहे तां मनुख इन्हां अपराधों तो बच सकदा सी। पर यह मनुख ऐसा है, जिवें भाई गुरदास जी कहते हैं, मैं ऐसा अपराधी हाँ। जिवें भगत कबीर जी ने कहा, गोबिंद हम ऐसे अपराधी। भाई गुरदास जी भी इसकी व्याख्या इंज कर जाते हैं, हूँ अपराधी गुनाहगार, हूँ बेमुख मंदा, चोर यार जुआर हों पर कर जो हंदा, निंदक मैं निंदिया भी करता हाँ, निंदक दुष्ट कर्म भी कर जाता हाँ, हरामखोर हाँ, मैं किसी का दिता होया वापस मुड़न नूं तैयार नहीं, हराम दी खाना शुरू कर दिंदा हाँ, हरामखोर हाँ, दुनिया नूं ठगदा हाँ, ठग देश ठगंदा, कामी हाँ, क्रोधी हाँ, माया दे मोह विच फसिया होया हाँ, माया दे नशे विच लुप्त हाँ, मोह दे जंजाल विच फसिया होया हाँ, हमेशा हंकार करता रहिंदा हाँ। ये विकार मेरे उपर हमेशा हावी होए रहिंदे ने। काम क्रोध मद लोभ मोह अहंकार करन दा मैं विश्वासघात भी कर जाता हाँ कि कोई मेरा भला करता होवे, विश्वास करके मैं उसनूं धोखा दे जाता हाँ। ये विकार भी मेरे अंदर पनप जाता है जदों मैं रब नूं भुल जाता हाँ। विश्वासघाती अकिरतगण भी हाँ, मैं किसी का कीता होया चेते नहीं रखदा कि उन्हें मेरे नाल चंगा कीता सी, उहदे नाल कदे बुरा ना करा। मैं विश्वासघाती भी बन जाता हाँ। मैं घो ना रखंदा, मैनूं दुनिया ते कोई मनुख पसंद भी नहीं करता, मैनूं कोई बचा भी नहीं सकता। फिर की करिए? भाई गुरदास जी आखिरी पंक्ति विच एक संदेश भी देते हैं कि हे मनुख, जे तू इन्हां अपराधों तो, इन्हां माड़े लक्षणों तो, इन्हां माड़े औगणों तो बचना चाहुंदा है तां की कर, सिमर मुरीदा ढाडिया सतगुरु बख्शंदा। सतगुरु बख्शंदा है, अज हूँ समझ कछ बिगड़ियो ना हन। अजे भी समझ जा, इस मनुखा जीवन का असल मकसद है कि उस परमात्मा नूं चेते रख के, उस वाहिगुरू की याद में जुड़िया रह के, गुरु की संगत में रह के अपने आप नूं इन्हां विकारां तो बचा सकदा है तां बचा सकदा है। अते ये सवाल करिया कर कि मैं काहदे वास्ते संसार विच आया सा, मेरे जीवन का लक्ष्य की है। जिवें गुरु अमरदास जी भी इस शरीर के मकसद नूं पूरा करने लई एक सवाल दिंदे ने आनंद साहब की बाणी के अंदर कि हे शरीरा मेरे आ, इस जग में आए कै क्या तुद कर्म कमाया, के कर्म कमाया तुद शरीरा जां तू जग में आया, जिन हर तेरा रचन रचया सो हर मन ना वसाया। जिस परमात्मा ने तेरे तैनू ये शरीर बख्शिश किया है, उसनूं कदे भी अपने मन में वसाया नहीं, क्योंकि असल में शरीर तां ही प्रवान है, संसार में आया तां ही लाहेवंद है। ये मनुखा जन्म तां ही मनुख का जन्म है जिस जन्म में आके उस परमात्मा के नाल सुरती जोड़े। ਅਤੇ ਉਹ ਸੁਰਤੀ जोड़न का तरीका है कि सतगुरु के उपदेश से उस उपदेश ਨੂੰ पढ़ के सुन के विचार के अपने जीवन में ढाल लवे। कहे नानक ये शरीर प्रवान हुआ जिन सतगुरु स्यों चित लाया। आया तो असी बाणी पढ़न वास्ते, आया मनुखा जन्म मिलिया सी। सतगुरु जी कहते आयु सुनन पढ़न को बाणी, पर तू
ਇਹ ਬਾਣੀ ਪੜ੍ਹ ਕੇ ਵੀ ਇਹਨੂੰ ਵੀ ਕਰਮਕਾਂਡੀ ਤੌਰ ਤੇ ਪੜ੍ਹ ਜਾਂਦਾ ਹੈ, ਪਰ ਕਦੀ ਵਿਚਾਰ ਨਹੀਂ ਕੀਤਾ ਕਿ ਉਹ ਨਾਮ, ਉਹ ਵਾਹਿਗੁਰੂ ਦਾ ਰੱਬੀ ਗਿਆਨ, ਉਹ ਰੱਬ ਪ੍ਰਮਾਤਮਾ ਦੀ ਪ੍ਰੇਮਾ ਭਗਤੀ, ਉਹ ਪ੍ਰੇਮਾ ਭਗਤੀ ਜਿਹੜਾ ਇਸ ਮਨੁੱਖ ਦਾ ਜੀਵਨ ਲਕਸ਼ ਹੈ, ਉਸ ਨੂੰ ਪ੍ਰਾਪਤ ਨਹੀਂ ਕੀਤਾ ਤੇ ਨਾਮ ਵਿਸਾਰ ਦਿੱਤਾ। ਨਾਮ ਵਿਸਾਰ ਲਗਹਿ ਅਨ ਲਾਲਚ, ਅਤੇ ਹੋਰ ਹੋਰ ਲਾਲਚਾਂ ਵਿੱਚ ਫਸ ਕੇ ਇਸ ਮਨੁੱਖਾ ਜੀਵਨ ਨੂੰ ਤੂੰ ਬਰਬਾਦ ਕਰ ਰਿਹਾ ਹੈ। ਤਾਂ ਸਤਿਗੁਰੂ ਜੀ ਆਖ ਦਿੰਦੇ ਹਨ, ਬਿਰਥਾ ਜਨਮ ਪ੍ਰਾਣੀ, ਇਹ ਫਿਰ ਜਨਮ, ਇਹ ਮਨੁੱਖਾ ਜਨਮ ਤੇਰਾ ਵਿਅਰਥ ਹੀ ਚਲਾ ਜਾਂਦਾ ਹੈ। ਰਹਿਰਾਸ ਵਿੱਚ ਵੀ ਅਸੀਂ ਰੋਜ਼ ਪੜ੍ਹਦੇ ਹਾਂ ਕਿ ਇਹ ਮਨੁੱਖਾ ਜਨਮ ਮਿਲਿਆ, ਪਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅੱਜ ਦੇ ਸ਼ਬਦ ਵਿੱਚ ਵੀ ਭਗਤ ਕਬੀਰ ਜੀ ਨੇ ਇਹਨਾਂ ਅਪਰਾਧਾਂ ਤੋਂ, ਇਹਨਾਂ ਮਾੜੀਆਂ ਲਾਹਨਤਾਂ ਤੋਂ, ਇਹਨਾਂ ਮਾੜੇ ਵਿਕਾਰਾਂ ਤੋਂ ਬਚਣ ਦਾ ਜੋ ਹੱਲ ਬਖਸ਼ਿਸ਼ ਕੀਤਾ, ਇਹੀ ਸਵਾਲ ਪਹਿਲੇ ਬੰਦ ਵਿੱਚ ਦ੍ਰਿੜ ਕਰਵਾਇਆ। ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ। ਕਦੀ ਸਵਾਲ ਕਰਿਆ ਕਰ, ਇਹ ਮਨੁੱਖ, ਇਹ ਮੂਰਖ ਮਨ, ਇੱਕ ਤੈਨੂੰ ਕਿਸ ਵਾਸਤੇ ਸੰਸਾਰ ਵਿੱਚ ਭੇਜਿਆ? ਕਵਨ ਕਾਜ, ਕਿਹੜੇ ਕਾਜ ਲਈ, ਕਿਹੜੇ ਕੰਮ ਲਈ ਇਸ ਸੰਸਾਰ ਦੇ ਅੰਦਰ ਤੈਨੂੰ ਭੇਜਿਆ? ਅਤੇ ਜਨਮ, ਮੈਨੂੰ ਸਿਆਰੀ ਜਨਮ ਲੈ ਕੇ, ਅਤੇ ਕਦੀ ਸੋਚਿਆ ਕਰ ਕਿ ਮੈਂ ਜਨਮ ਲੈ ਕੇ ਕੁਝ ਭਲਾ ਵੀ ਕੀਤਾ? ਮੈਂ ਜਨਮ ਲੈ ਕੇ, ਮਨੁੱਖਾ ਜਨਮ ਵਿੱਚ ਆ ਕੇ ਕੋਈ ਕੰਮ ਕਰ ਸਕਿਆ? ਆਪਣੇ ਉਸ ਕਾਜ ਨੂੰ, ਜਿਸ ਕਾਜ ਵਾਸਤੇ ਪ੍ਰਮਾਤਮਾ ਨੇ ਮੈਨੂੰ ਇਹ ਜੀਵਨ ਬਖਸ਼ਿਆ, ਉਸ ਵੱਲ ਮੈਂ ਕੋਈ ਅਗਰਸਰ ਹੋਇਆ? ਉਸ ਵੱਲ ਮੈਂ ਕੋਈ ਕਦਮ ਪੁੱਟਿਆ? ਜਨਮ ਕਵਨ ਫਲ ਪਾਇਆ, ਇਹ ਮਨੁੱਖਾ ਜਨਮ ਲੈ ਕੇ ਤੂੰ ਕਿਹੜਾ ਫਲ ਪ੍ਰਾਪਤ ਕਰ ਲਿਆ? ਕੀ ਖਟਿਆਈ? ਅਤੇ ਭਵਨਿਦ ਤਰਨ ਤਾਰਨ ਚਿੰਤਾ ਮਨ, ਉਹ ਪ੍ਰਮਾਤਮਾ ਜੋ ਇਸ ਸੰਸਾਰ ਸਾਗਰ ਤੋਂ, ਇਸ ਸੰਸਾਰ ਦੇ ਡੂੰਘੇ ਸਮੁੰਦਰ ਚੋਂ ਪਾਰ ਕਰਨ ਵਾਲਾ ਹੈ, ਪਾਰ ਉਤਾਰਾ ਕਰਨ ਵਾਲਾ ਹੈ, ਅਤੇ ਉਹ ਤੇਰੇ ਸਾਰੇ ਫਿਕਰਾਂ, ਜਿਨ੍ਹਾਂ ਫਿਕਰਾਂ ਵਿੱਚ ਲੱਗਾ ਰਹਿ ਕੇ ਤੂੰ ਸਿਰਫ ਸਰੀਰ ਦੇ ਅਧਿਆਸ ਵਿੱਚ ਹੀ ਆਪਣੇ ਜੀਵਨ ਨੂੰ ਵਿਅਰਥ ਗਵਾ ਰਹੇ ਹੈ, ਇੱਕ ਨਿਮਖ ਨਾ ਇਹ ਮਨ ਲਾਇਆ। ਉਸ ਪ੍ਰਮਾਤਮਾ ਨੂੰ ਇੱਕ ਪਲ ਭਰ ਵੀ, ਅੱਖ ਦੇ ਪਲ ਦੇ ਫੋਰ ਜਿੰਨਾ ਸਫ਼ਰ ਵੀ ਤੂੰ ਉਸ ਪ੍ਰਮਾਤਮਾ ਦੀ ਯਾਦ ਵਿੱਚ ਨਹੀਂ ਜੁੜਦਾ। ਕਿਉਂ? ਕਿ ਇੱਥੇ ਸੰਸਾਰ ਵਿੱਚ ਆਇਆ ਹੈ ਤਾਂ ਤੇਰੇ ਕਰਮਾਂ ਦਾ ਲੇਖਾ ਜੋਖਾ ਤੇ ਹੋਣਾ, ਕਿਉਂਕਿ ਸੰਸਾਰ ਦੇ ਅੰਦਰ ਮਨੁੱਖ ਜੋ ਕੁਝ ਕਰਦਾ ਹੈ, ਉਹ ਜਿਹਾ ਹੀ ਫਲ ਉਸ ਨੂੰ ਮਿਲ ਜਾਂਦਾ ਹੈ। ਜੇ ਉਹ ਚੇਤੇ ਰੱਖੇ ਕਿ ਮੇਰੇ ਮਾੜੇ ਕੰਮ ਦਾ ਫਲ ਮਿਲਣਾ ਹੈ ਮਾੜੇ ਵਿੱਚ, ਅਤੇ ਚੰਗੇ ਕੰਮ ਦਾ ਕੰਮ ਮੈਨੂੰ ਮਿਲੇਗਾ ਚੰਗਾ, ਕਿਉਂਕਿ ਇਹ ਸੰਸਾਰ ਸਮੁੰਦਰ, ਇਸ ਵਿੱਚ ਤਰਨਾ ਤਾਂ ਹੀ ਆਸਾਨ ਹੈ ਜੇ ਅਸੀਂ ਤਾਰੀ ਜਾਣਦੇ ਹੋਈਏ। ਜੇ ਅਸੀਂ ਤਾਰੀ ਨਹੀਂ ਸਿੱਖੇ ਤਾਂ ਸਮੁੰਦਰ ਚੋਂ ਪਾਰ ਨਹੀਂ ਹੋ ਸਕਦੇ। ਜੇ ਅਸੀਂ ਜੀਵਨ ਦਾ ਲਕਸ਼ ਨਹੀਂ ਸਮਝਿਆ ਤਾਂ ਇਸ ਜੀਵਨ ਰੂਪ ਸਮੁੰਦਰ ਤੋਂ ਵੀ ਪਾਰ ਨਹੀਂ ਹੋ ਸਕਦੇ। ਇਸ ਲਈ ਇਹ ਸਵਾਲ ਹਮੇਸ਼ਾ ਚੇਤੇ ਰੱਖਿਆ ਕਰ ਕਿ ਤੈਨੂੰ ਆਪਣੇ ਕੀਤੇ ਕਰਮਾਂ ਦਾ ਲੇਖਾ ਜੋਖਾ ਦੇਣਾ ਹੀ ਪੈਣਾ। ਮਨੁੱਖ ਜੋ ਕੁਝ ਕਰਦਾ ਹੈ, ਇਹ ਕਰ ਕਰੇ ਤੋ ਇਹ ਕਰ ਪਾਏ। ਇੱਕ ਹੱਥ ਕਰਦਾ ਹੈ, ਦੂਜੇ ਹੱਥ ਉਹਦਾ ਫਲ ਵੀ ਭੋਗਦਾ ਹੈ। ਜਦੋਂ ਫਲ ਮਾੜਾ ਮਿਲਦਾ ਹੈ, ਉਦੋਂ ਮਨੁੱਖ ਆਖਣ ਲੱਗਦਾ ਹੈ, ਪਤਾ ਨਹੀਂ ਮੈਂ ਕਿਹੜਾ ਮਾੜਾ ਕਰਮ ਕੀਤਾ, ਮੈਨੂੰ ਇਹ ਫਲ ਮਿਲਿਆ। ਪਰ ਜੇ ਮਨੁੱਖ ਇਹ ਸੋਚਦਾ ਰਹੇ ਕਿ ਮੈਨੂੰ ਆਪਣੇ ਕੀਤੇ ਕੰਮਾਂ ਦਾ ਹਿਸਾਬ ਦੇਣਾ ਪੈਣਾ, ਤਾਂ ਇਹ ਗੱਲ ਚੇਤੇ ਰੱਖੇਗਾ, ਅਮਲ ਸਰਾਨੂ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ, ਚਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਇਹ ਗੱਲ ਤਾਂ ਹੀ ਹੋਵੇਗੀ ਜੇ ਉਸ ਨੂੰ ਆਪਣੇ ਜੀਵਨ ਦਾ ਕਵਨ ਕਾਜ ਸਿਰਜੇ ਜਗ ਪੀਤਰ, ਜੇ ਇਹ ਚੇਤੇ, ਇਹ ਸਵਾਲ ਹਮੇਸ਼ਾ ਆਪਣੇ ਸਾਹਮਣੇ ਰੱਖੇ ਕਿ ਮੈਂ ਕਿਉਂ ਸੰਸਾਰ ਵਿੱਚ ਆਇਆ। ਭਗਤ ਕਬੀਰ ਜੀ ਇਹ ਸਵਾਲ ਕਰਕੇ ਪਹਿਲੇ ਬੰਦ ਵਿੱਚ ਆਪਣੇ ਆਪ ਨੂੰ ਇਹ ਸਵਾਲ ਪੁੱਛਦੇ ਹਨ ਕਿ ਮਨੁੱਖਾ ਜਨਮ ਲੈ ਕੇ ਤੂੰ ਕੀ ਖਟਿਆ? ਕੀ ਤੂੰ ਇੰਜ ਤਾਂ ਨਹੀਂ ਹੋਇਆ ਕਿ ਬਸ ਜਾਗਿਆ, ਖਾਦਾ ਪੀਤਾ, ਦਿਨੇ ਕਰਮ ਆਪਣੇ ਕਿਰਤਕਾਰ ਕੀਤੀ, ਸ਼ਾਮ ਨੂੰ ਫਿਰ ਖਾਦਾ, ਸੌਂ ਗਿਆ, ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਯਾਦ ਰੱਖੀ, ਜਿਨ੍ਹਾਂ ਮਨੁੱਖਾਂ ਨੇ ਬਸ ਜ਼ਿੰਦਗੀ ਨੂੰ ਇੰਜ ਹੀ ਬਤਾਇਆ
कि मैं जागना है सोना है, जागना ते सोना है, खाना पीना हसना सोना है, ਤਾਂ ਫਿਰ ਭੁੱਲ ਜਾਂਦੇ ਨੇ ਅੰਤ ਤੋਂ ਮਰਨਾ ਹੈ। ਇਹ ਸੰਸਾਰ ਤੋਂ ਜਾਣਾ ਵੀ ਹੈ ਸਿਰਫ ਇਸੇ ਮਕਸਦ ਵਾਸਤੇ। ਇਹ ਤਾਂ ਸਭ ਪਸ਼ੂਆਂ ਨੂੰ, ਪੰਛੀਆਂ ਨੂੰ, ਹਰ ਇੱਕ ਜੀਵ ਨੂੰ ਇਹ ਖਾਣ ਪੀਣ ਦੇ ਸਾਧਨ ਮਿਲੇ ਹੋਏ ਨੇ। ਜੋ ਜੋ ਸਾਨੂੰ ਸਾਡੀ ਖੁਰਾਕ ਹੈ, ਜੋ ਸਾਡੀਆਂ ਲੋੜਾਂ ਨੇ, ਉਸ ਵਾਹਿਗੁਰੂ ਨੇ ਸਾਨੂੰ ਜਨਮ ਦੇਣ ਤੋਂ ਪਹਿਲਾਂ ਸਾਰਾ ਕੁਝ ਸੰਸਾਰ ਦੇ ਵਿੱਚ ਕੀਤਾ ਪਸਾਓ ਏਕੋ ਕਵਾਓ ਕਰਨ ਵੇਲੇ ਸਭ ਕੁਝ ਸੰਸਾਰ ਵਿੱਚ ਜੋ ਕੁਛ ਪਾਇਆ ਸੋ ਏਕਾ ਵਾਰ ਸਾਡੇ ਵਾਸਤੇ ਸਭ ਕੁਝ ਪੈਦਾ ਕੀਤਾ ਹੋਇਆ ਹੈ। ਅਸਲ ਵਿੱਚ ਤੇਰਾ ਮਨੁੱਖਾ ਜਨਮ ਇਸੇ ਵਾਸਤੇ ਨਹੀਂ ਹੈ ਕਿ ਤੂੰ ਖਾਵੇਂ ਤੇ ਸੌਂ ਜਾਵੇਂ, ਸੁਬਾਹ ਸ਼ਾਮ ਹੋ ਗਈ, ਸੁਬਾਹ ਹੋ ਗਈ, ਸ਼ਾਮ ਹੋ ਗਈ, ਬਸ ਦਿਨੇ ਆਪਣੇ ਕੰਮ ਧੰਦੇ, ਰਾਤ ਨੂੰ ਸੌਂ ਕੇ ਸੁਪਨਿਆਂ ਵਿੱਚ ਗੁਜ਼ਾਰ ਦਿੱਤੀ, ਤਾਂ ਫਿਰ ਇਹ ਜਨਮ ਇੰਜ ਵਿਅਰਥ ਕਿਵੇਂ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਜੀ ਆਖਦੇ ਨੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰ ਤੇਈ ਨਰ ਭੂਲੇ, ਖਸਮ ਵਿਸਾਰ ਮਾਟੀ ਸੰਗਰੂਲੇ। ਪਰ ਕਬੀਰ ਜੀ ਇੱਕ ਸ਼ਬਦ ਵਿੱਚ ਇਸ ਗੱਲ ਨੂੰ ਇੰਜ ਵੀ ਬਿਆਨ ਕਰ ਜਾਂਦੇ ਨੇ ਕਿ ਜੇ ਮਨੁੱਖ ਸਿਰਫ ਇਹੀ ਸਮਝ ਲਵੇ ਕਿ ਮੈਂ ਖਾਣ ਪੀਣ ਵਾਸਤੇ ਇਸ ਸੰਸਾਰ ਵਿੱਚ ਆਇਆ, ਤਾਂ ਇਹ ਭੁੱਲ ਜਾਵੇ ਸਿਰਫ ਖਾਣ ਪੀਣ ਸਾਡਾ ਮਨੋਰਥ ਨਹੀਂ ਹੈ। ਇਹ ਤਾਂ ਸਰੀਰ ਰੂਪੀ ਗੱਡੀ ਵਿੱਚ ਪਾਉਣ ਵਾਲਾ ਇੱਕ ਤੇਲ ਹੈ। ਜੋ ਲੋੜਾਂ ਨੇ, ਜੋ ਪ੍ਰਮਾਤਮਾ ਨੇ ਸਾਨੂੰ ਦਿੱਤੀਆਂ ਨੇ, ਹਰ ਮਨੁੱਖ ਥੋੜਾ ਜਿਹਾ ਉਦਮ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਯਤਨ ਕਰੇ, ਪਰ ਅਸਲ ਮਕਸਦ ਹੈ ਜੀਵਨ ਵਿੱਚ ਆ ਕੇ ਕੁਝ ਕਰਨ ਦਾ, ਕੁਝ ਐਸਾ ਕੁਝ ਕਰਨ ਦਾ ਜਿਸ ਨਾਲ ਇਹ ਮਨੁੱਖਾ ਜਨਮ ਸਫਲ ਹੋ ਸਕੇ। ਜੇ ਉਹ ਨਹੀਂ ਹੋਇਆ ਤਾਂ ਉਹਦਾ ਮਨੁੱਖ, ਐਸੇ ਮਨੁੱਖ ਦਾ ਉਸ ਪ੍ਰਮਾਤਮਾ ਨੂੰ ਭੁੱਲ ਕੇ ਇਹ ਮਨੁੱਖਾ ਜਨਮ ਮਿੱਟੀ ਦਾ ਬਣਿਆ ਸੀ, ਮਿੱਟੀ ਵਿੱਚ ਹੀ ਰੋਲ ਖੱਪ ਕੇ ਇਹ ਖਤਮ ਹੋ ਜਾਏਗਾ, ਮਾਟੀ ਸੰਗ ਰੂਲੇ ਹੋ ਜਾਵੇ। ਪਰ ਇਹਨਾਂ ਦੇ ਉਲਟ ਬਹੁਤ ਸਾਰੇ ਐਸੇ ਵਡਭਾਗੀ ਮਨੁੱਖ ਨੇ ਵੀ, ਵੱਡੇ ਭਾਗਾਂ ਨਾਲ ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਮਿਲ ਜਾਂਦੀ ਹੈ, ਸਾਧ ਸੰਗਤ ਮਿਲ ਜਾਂਦੀ ਹੈ, ਕਿਉਂਕਿ ਸਾਧ ਸੰਗਤ ਦਾ ਪ੍ਰਯੋਜਨ ਹੀ ਹੈ ਕਿ ਮਨੁੱਖ ਨੂੰ ਇਹ ਸਮਝਾਉਣਾ ਇਹ ਮਨੁੱਖਾ ਜਨਮ ਕਾਹਦੇ ਵਾਸਤੇ ਮਿਲੇ। ਦੇਵਨਿਤ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਗਈ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਗਈ, ਉਹ ਇਸ ਸੰਸਾਰ ਵਿੱਚ ਆਉਂਦੇ ਨੇ, ਖਾਂਦੇ ਵੀ ਹਨ, ਪਹਿਨਦੇ ਉਹ ਵੀ ਹਨ, ਖਾਣਾ ਪੀਣਾ ਹੱਸਣਾ ਸੋਣਾ ਉਹਨਾਂ ਦੇ ਜੀਵਨ ਵਿੱਚ ਵੀ ਹੁੰਦਾ ਹੈ, ਪਰ ਉਹ ਗੁਰਮੁਖ ਬਣ ਕੇ ਜਿਉਂਦੇ ਹਨ। ਉਹਨਾਂ ਦਾ ਸੌਣਾ ਹੱਸਣਾ ਵੀ ਗੁਰਮੁਖਾਂ ਵਾਲਾ ਹੋ ਜਾਂਦਾ ਹੈ, ਉਹਨਾਂ ਦਾ ਖਾਣਾ ਪੀਣਾ ਵੀ ਗੁਰਮੁਖਾਂ ਵਾਲਾ ਹੋ ਜਾਂਦਾ ਹੈ, ਮਨਮੁਖਾਂ ਵਾਲਾ ਨਹੀਂ। ਉਹ ਪ੍ਰਮਾਤਮਾ ਨੂੰ ਭੁੱਲ ਕੇ ਨਹੀਂ ਜਿਉਂਦੇ, ਉਹ ਤਾਂ ਪ੍ਰਮਾਤਮਾ ਨੂੰ, ਉਹਦੀ ਉਹਦੇ ਚਿੰਤਨ ਨੂੰ, ਉਹਦੀ ਯਾਦ ਨੂੰ, ਉਹਦੇ ਪਿਆਰ ਨੂੰ ਮੁੱਖ ਰੱਖ ਕੇ ਜਿਉਂਦੇ ਨੇ ਕਿ ਹੇ ਵਾਹਿਗੁਰੂ, ਸ਼ੁਕਰ ਹੈ ਤੇਰਾ, ਤੂੰ ਇਹ ਮਨੁੱਖਾ ਜਨਮ ਦਿੱਤਾ ਹੈ ਤੇ ਮੈਨੂੰ ਕਿਰਪਾ ਕਰ ਸੱਚੇ ਸਤਿਗੁਰੂ ਦੀ ਸੰਗਤ ਵਿੱਚ ਰੱਖ। ਸਾਧ ਸੰਗ ਜਾਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ। ਉਹ ਪੁਰਖ ਭਾਗਾਂ ਵਾਲਾ ਹੋ ਜਾਂਦਾ ਹੈ ਜਿਸ ਨੂੰ ਇਸ ਜੀਵਨ ਵਿੱਚ ਆ ਕੇ ਚੰਗੀ ਸੰਗਤ ਮਿਲਦੇ ਹਨ। ਚੰਗੇ ਭਗਤ ਜਨਾਂ ਦੀ, ਸੰਤ ਜਨਾਂ ਦੀ, ਗੁਰਮੁਖਾਂ ਦੀ, ਸਤਸੰਗੀਆਂ ਦੀ ਸੰਗਤ ਮਿਲ ਜਾਏ, ਉਹ ਸੰਗਤ ਵਿੱਚ ਸ਼ੁਭ ਗੁਣਾਂ ਨੂੰ ਇਕੱਠਾ ਕਰਦਾ ਹੈ ਅਤੇ ਜਿੱਥੇ ਆਪਣਾ ਜੀਵਨ ਬਸਰ ਕਰਦਾ ਹੈ, ਉਹ ਆਪ ਵੀ ਉਸ ਪਰਮਾਤਮਾ ਦੇ ਚਿੰਤਨ ਵਿੱਚ ਜੁੜਦਾ ਹੈ ਤੇ ਹੋਰਨਾਂ ਕਈਆਂ ਦੇ ਸੰਗੀ ਸਾਥੀ ਸਗਲ ਕਰਾਈ ਸਾਰਿਆਂ ਨੂੰ ਆਪ ਵੀ ਤਰ ਜਾਂਦਾ ਹੈ ਭਵਨਿਤ ਸਾਗਰ ਤੋਂ, ਅਤੇ ਹੋਰਨਾਂ ਨੂੰ ਤਾਰਨ ਦੇ ਬਾਇਸ ਵੀ ਬਣ ਜਾਂਦਾ ਹੈ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ, ਜਪਜੀ ਸਾਹਿਬ ਜੀ ਕਹਿੰਦੇ ਨੇ, ਜਿਸ ਨੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਿਆ ਉਹ ਆਪ ਤਰ ਜਾਂਦਾ ਹੈ, ਦੂਸਰਿਆਂ ਨੂੰ ਤਾਰ ਲੈਂਦਾ ਹੈ, ਕਿਉਂਕਿ ਗੁਰੂ ਦੀ ਸੰਗਤ ਵਿੱਚ ਹੁੰਦਾ ਹੈ ਅਤੇ ਉਹ ਸਿੱਖ ਬਣ ਜਾਂਦਾ ਹੈ। ਮੰਨੈ ਤਰੈ ਤਾਰੇ ਗੁਰ ਸਿੱਖ, ਉਹ ਸਿੱਖ ਵੀ ਹੈ ਤੇ ਗੁਰੂ ਵੀ ਬਣ ਜਾਂਦਾ ਹੈ। ਇੰਝ ਸਤਿਗੁਰੂ ਜੀ ਕਹਿੰਦੇ ਹਨ, ਐਸੇ ਮਨੁੱਖਾਂ ਦਾ ਇਹ ਜਨਮ ਅਤੇ ਪਰਲੋਕ, ਇਹ ਲੋਕ ਅਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਸਾਧ ਸੰਗ ਜਾਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ। ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ। ਉਹ ਇਹ ਅਮੋਲਕ ਜਨਮ, ਮਾਨਸ ਜਨਮ ਅਮੋਲਕ ਪਾਇਓ, ਇਹ ਅਮੋਲਕ ਜਨਮ ਨੂੰ ਸਫਲ ਕਰ ਲੈਂਦਾ ਹੈ। ਉਹਦਾ ਇਲੋਕ ਤੇ ਪਰਲੋਕ, ਉਹਦਾ ਆਤਮਿਕ ਜੀਵਨ ਵੀ ਸਫਲ ਹੁੰਦਾ ਹੈ, ਉਹਦਾ ਪਰਮਾਰਥਿਕ ਜੀਵਨ, ਦੁਨਿਆਵੀ ਜੀਵਨ ਵੀ ਸਫਲ ਹੁੰਦਾ ਹੈ। ਉਹ ਦੁਨੀਆ ਵਿੱਚ ਵੀ ਆਪਣੀ ਕਿਰਤਕਾਰ ਕਰਦਿਆਂ ਹੋਇਆਂ ਵਧੀਆ ਜੀਵਨ ਬਿਤਾਉਂਦਾ ਹੈ ਅਤੇ ਪਰਉਪਕਾਰ ਕਰਦਿਆਂ ਹੋਇਆਂ ਸੇਵਾ ਤੇ ਸਿਮਰਨ ਵਿੱਚ ਲੱਗ ਕੇ ਦੁਨੀਆ ਦੇ ਭਲੇ ਲਈ ਵੀ ਯਤਨਸ਼ੀਲ ਰਹਿੰਦਾ ਹੈ। ਐਸੇ ਮਨੁੱਖਾਂ ਨੂੰ ਇਹ ਸਮਝ ਆ ਜਾਂਦੀ ਹੈ, ਉਹਨਾਂ ਨੂੰ ਇਹ ਸਮਝ ਪੈ ਜਾਂਦੀ ਹੈ ਸਤਸੰਗਤ ਵਿੱਚ ਆ ਕੇ, ਅਵਰ ਕਾਜ ਤੇਰਾ ਕਿਤੇ ਨਾ ਕਾਮ,
ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰ ਕਿਹਨਾਂ ਨੂੰ? ਜਿਨ੍ਹਾਂ ਦੇ ਅੱਗੇ ਇਹ ਸਵਾਲ ਹਮੇਸ਼ਾ ਰਹੇ ਜੋ ਕਬੀਰ ਸਾਹਿਬ ਕਹਿੰਦੇ ਹਨ, ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ। ਪਵਨਿਦ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਇਹ ਆਪਣੇ ਮਨ ਨੂੰ ਹਮੇਸ਼ਾ ਚੇਤਨ ਰੱਖ, ਹਮੇਸ਼ਾ ਸੁਚੇਤ ਰੱਖ ਕਿ ਮੈਂ ਇਸ ਸੰਸਾਰ ਵਿੱਚ ਕਾਹਦੇ ਵਾਸਤੇ ਆਇਆ। ਜੇ ਚੇਤਾ ਰੱਖੇਗਾ ਤਾਂ ਜ਼ਰੂਰ ਸਫਲ ਹੋ ਜਾਵੇਗਾ। ਦੂਸਰੇ ਬੰਦ ਵਿੱਚ ਭਗਤ ਕਬੀਰ ਜੀ ਉਸ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਜੀਵਨ ਕਿਵੇਂ ਦਾ ਬੀਤਦਾ ਉਸ ਦੀ ਗੱਲ ਕਰਕੇ ਮਨੁੱਖ ਨੂੰ ਸੁਚੇਤ ਕਰਦੇ ਹਨ ਕਿ ਹੇ ਮਨੁੱਖ, ਜੇ ਤੂੰ ਨਾ ਕੀਤਾ, ਜੇ ਤੂੰ ਇਹ ਸਵਾਲ ਹਮੇਸ਼ਾ ਆਪਣੇ ਆਪ ਨੂੰ ਨਾ ਕੀਤਾ ਅਤੇ ਪਰਮਾਤਮਾ ਨੂੰ ਭੁਲਾ ਕੇ ਜੀਵਨ ਦੇ ਅੰਦਰ ਸਿਰਫ ਖਾਣ ਪੀਣ ਤੇ ਮੌਜਾਂ ਕਰਨ ਨੂੰ ਹੀ ਆਪਣਾ ਜੀਵਨ ਲਕਸ਼ ਬਣਾ ਲਿਆ, ਤਾਂ ਸਮਝ ਲਈ ਤੂੰ ਫਿਰ ਆਵਾਗਾਉਣ ਦੇ ਗੇੜ ਵਿੱਚ ਫਸ ਚੁੱਕਾ ਹੈ। ਤੇ ਫਿਰ ਜੀਵਨ ਚ ਪਤਾ ਕੀ ਕਰਦਾ ਹੈ? ਪਰ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਫਿਰ ਪਰਾਇਆ ਧਨ ਵੀ ਚੰਗਾ ਲੱਗਣ। ਆਪ ਕਿਰਤ ਕਰਕੇ ਮਿਹਨਤ ਕਰਕੇ ਤਾਂ ਖਾਣਾ ਹੀ ਹੈ, ਹਰ ਇੱਕ ਨੂੰ ਖਾਣਾ ਪੈਂਦਾ ਹੈ, ਕਿਉਂਕਿ ਕਿਰਤ ਕਰਨਾ ਇਹ ਗੁਰੂ ਨਾਨਕ ਸਾਹਿਬ ਜੀ ਦਾ ਮੁੱਢਲਾ ਸਿਧਾਂਤ ਹੈ। ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਕਿਰਤ ਤਾਂ ਕਰਨੀ ਹੈ, ਪਰ ਕਿਰਤ ਕਰਦਿਆਂ ਪਰਾਇਆ ਹੱਕ ਤਾਂ ਨਹੀਂ ਮਾਰਨਾ ਸੀ, ਪਰਾਏ ਧਨ ਦੇ ਉੱਪਰ ਅੱਖ ਤਾਂ ਨਹੀਂ ਰੱਖਣੀ, ਪਰ ਪਰਮਾਤਮਾ ਨੂੰ ਭੁੱਲ ਕੇ ਪਰਾਇਆ ਧਨ ਵੀ ਚੰਗਾ ਲੱਗਣ ਲੱਗ ਪੈਂਦਾ। ਦੂਜੇ ਦਾ ਹੱਕ ਮਾਰਨ ਦਾ ਦਿਲ ਕਰਨ ਲੱਗ ਪੈਂਦਾ, ਕਿਉਂਕਿ ਪਰਮਾਤਮਾ ਭੁੱਲ ਗਿਆ। ਸੱਚਾ ਜੀਵਨ ਸਤਸੰਗਤ ਵਿੱਚ ਜਾਣਾ ਵਿਸਰ ਗਿਆ ਤੇ ਫਿਰ ਮੌਤ ਆ ਗਈ। ਵਿਸਰਾ ਮਰ ਜਾਉ ਹੋ ਗਿਆ। ਪਰਾਇਆ ਧਨ ਵੀ ਚੰਗਾ ਲੱਗਦਾ ਹੈ। ਇਹਨਾਂ ਨੂੰ ਜਿਹੜੇ ਸਤਸੰਗੀ ਨਹੀਂ, ਜਿਹੜੇ ਗੁਰੂ ਦੀ ਸਿੱਖਿਆ ਦੇ ਉੱਪਰ ਉਸ ਨੂੰ ਆਪਣੇ ਜੀਵਨ ਢਾਲਦੇ ਨਹੀਂ, ਜਿਹੜੇ ਪਰਮਾਤਮਾ ਨੂੰ ਭੁੱਲ ਜਾਂਦੇ ਨੇ, ਕਬੀਰ ਸਾਹਿਬ ਜੀ ਆਖਦੇ ਨੇ ਉਹਨਾਂ ਨੂੰ ਪਰਾਇਆ ਧਨ ਵੀ ਚੰਗਾ ਲੱਗਦਾ। ਪਰਾਇਆ ਧਨ ਵੀ ਚੰਗਾ ਲੱਗਦਾ। ਆਪਣੇ ਘਰ ਗ੍ਰਸਤੀ ਹੁੰਦਿਆਂ ਹੋਇਆਂ ਦੂਜਿਆਂ ਦੀਆਂ ਧੀਆਂ ਭੈਣਾਂ ਦੇ ਉੱਪਰ ਮਾੜੀ ਨਜ਼ਰ ਵੀ ਰੱਖਣ ਵਾਲਾ ਕਾਮੀ ਵੀ ਬਣ ਜਾਂਦਾ ਹੈ। ਪਰਤੀ ਨਿੰਦਾ, ਉਹ ਦੂਜਿਆਂ ਦੀ ਨਿੰਦਾ ਵੀ ਕਰਦਾ ਹੈ। ਜਿਵੇਂ ਮਨੁੱਖ ਨੂੰ ਇੱਕ ਖਸਲਤ ਹੈ, ਮਨੁੱਖੀ ਸੁਭਾਅ ਹੈ ਕਿ ਮਨੁੱਖ ਦੂਜਿਆਂ ਦੀ ਨਿੰਦਾ ਕਰਕੇ ਹਮੇਸ਼ਾ ਖੁਸ਼ੀ ਮਹਿਸੂਸ ਕਰਦਾ ਹੈ ਤੇ ਆਪਣੀ ਉਸਤਤ ਕਰਾ ਕੇ ਖੁਸ਼ ਹੁੰਦਾ ਹੈ। ਪਰ ਜੇ ਮਨੁੱਖ ਨੂੰ ਸਮਝ ਆ ਗਈ ਕਿ ਇਹ ਪਰਾਈ ਨਿੰਦਿਆ ਮੇਰੇ ਜੀਵਨ ਦਾ ਘਾਣ ਕਰ ਦੇਗੀ, ਇਹ ਪਰਾਈ ਨਿੰਦਿਆ ਵੀ, ਇਹ ਪਰਾਈ ਤਾਤ ਵੀ ਮੇਰੇ ਲਈ ਇੰਝ ਹੀ ਹੈ ਜਿਵੇਂ ਮੈਂ ਪਰਾਇਆ ਧਨ ਕਰ ਮੰਨਦਾ ਹਾਂ, ਜਿਵੇਂ ਮੈਂ ਪਰਾਇਆ ਧਨ ਮੰਨ ਕੇ ਕੋਈ ਸੁੱਖ ਪ੍ਰਾਪਤ ਕਰਦਾ ਹਾਂ, ਜਿਵੇਂ ਪਰਾਈ ਨਿੰਦਿਆ ਕਰਕੇ ਵੀ ਇਹ ਮਨੁੱਖਾ ਜਨਮ, ਕਿਉਂਕਿ ਨਿੰਦਾ ਭਲੀ ਕਿਸੇ ਕੀ ਨਹੀਂ। ਇਹ ਪਰਾਈ ਨਿੰਦਿਆ ਵੀ ਤਾਂ ਹੀ ਲੱਗਦੀ ਹੈ ਕਿਉਂਕਿ ਵਾਹਿਗੁਰੂ ਭੁੱਲ ਗਿਆ। ਪਰ ਅਪਵਾਦ ਨਾ ਛੂਟੈ, ਨਾ ਜ਼ਿੰਦਗੀ ਵਿੱਚੋਂ ਫਿਰ ਅਪਵਾਦ ਜਾਂਦਾ ਹੈ। ਪਰ ਅਪਵਾਦ ਐਵੇਂ ਜਿਹੜੇ ਕੰਟਰਾਡਿਕਸ਼ਨਸ ਨੇ, ਇਹ ਜਿਹੜੇ ਵਿਵਾਦਤ ਮਸਲੇ ਨੇ, ਉਹਨਾਂ ਦਾ ਹੱਲ ਕਰਕੇ ਜੀਵਨ ਨੂੰ ਸਫਲ ਕਰਨ ਵੱਲ ਤਾਂ ਤੁਰਦਾ ਨਹੀਂ, ਬਸ ਇੱਕ ਦੂਜੇ ਦੀ ਨਿੰਦਿਆ ਤੇ ਈਰਖਾ ਦੇ ਵਿੱਚ ਆ ਫਸ ਕੇ ਇਹਨਾਂ ਝਗੜੇ ਝਮੇਲਿਆਂ ਵਿੱਚ ਹੀ ਜ਼ਿੰਦਗੀ ਵਿਅਰਥ ਦੇ ਝਗੜਿਆਂ ਵਿੱਚ, ਵਿਅਰਥ ਦੇ ਝਮੇਲਿਆਂ ਵਿੱਚ ਫਸਿਆ ਰਹਿੰਦਾ ਸਾਰੀ ਜ਼ਿੰਦਗੀ, ਕਿਉਂਕਿ ਪਰਮਾਤਮਾ ਭੁੱਲ ਗਿਆ। ਅਤੇ ਫਿਰ ਇਹ ਜਿਹੜਾ ਜਨਮ ਹੈ, ਜਿੱਥੇ ਪਰਾਇਆ ਧਨ ਵੀ ਹੋਵੇ, ਜਿੱਥੇ ਪਰਾਇਆ ਧਨ ਵੀ ਹੋਵੇ, ਜਿੱਥੇ ਪਰਾਈ ਨਿੰਦਿਆ ਵੀ ਹੋਵੇ, ਜਿੱਥੇ ਪਰ ਉਪਵਾਦ ਵੀ ਹੋਵੇ, ਝਗੜੇ ਝਮੇਲੇ ਵੀ ਹੋਣ, ਇਹ ਫਿਰ ਇਹ ਜੀਵਨ ਹੈ ਆਵਾਗਾਉਣ ਵਾਲਾ ਜੀਵਨ। ਆਵਾਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਸੇਮ ਸ਼ਬਦ ਵਰਤ ਕੇ ਜਿਹੜੇ ਭਗਤ ਕਬੀਰ ਜੀ ਨੇ ਪਰਾਇਆ ਧਨ, ਪਰਾਇਆ ਤਨ, ਪਰਾਈ ਨਿੰਦਿਆ, ਪਰ ਅਪਵਾਦ ਆਦਿਕ ਸ਼ਬਦ ਵਰਤੇ ਨੇ, ਤੇ ਫਿਰ ਮਨੁੱਖ ਨੂੰ ਕਿਹਾ ਜੇ ਤੂੰ ਇਹਨਾਂ ਵਿੱਚ ਫਸ ਗਿਆ, ਉਸ ਵਾਹਿਗੁਰੂ ਨੂੰ ਭੁਲਾ ਕੇ ਤੇਰੇ ਜੀਵਨ ਦਾ ਫਿਰ ਆਵਾਗਾਉਣ ਦਾ ਗੇੜ ਪੈ ਚੁੱਕਾ ਹੈ ਤੈਨੂੰ। ਆਸਾ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ ਇਸ ਸ਼ਬਦ ਨੂੰ ਇੰਝ ਹੀ ਵਰਤਿਆ, ਇਸ ਜਿਵੇਂ ਸੇਮ ਸ਼ਬਦ ਭਗਤ ਕਬੀਰ ਜੀ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਵਰਤੇ। ਇਸ ਤੋਂ ਇੱਕ ਚੀਜ਼ ਵੀ ਸਿੱਧ ਹੁੰਦੀ ਹੈ ਕਿ ਗੁਰੂ ਸਾਹਿਬਾਨ ਨੇ ਜਦੋਂ ਗੁਰਬਾਣੀ ਰਚੀ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਉਦੋਂ ਇਹ ਭਗਤਾਂ ਦੀ ਬਾਣੀ ਗੁਰੂ ਸਾਹਿਬ ਜੀ ਕੋਲ ਸੀ, ਕਿਉਂਕਿ ਇਹਨਾਂ ਦੀ ਲਿਖਣ ਸ਼ੈਲੀ, ਇਹਨਾਂ ਦੇ ਬਹੁਤ ਸਾਰੇ ਸ਼ਬਦਾਂ ਦਾ ਆਪਸੀ ਮਿਲਾਨ ਕਰਕੇ ਜਦੋਂ ਵੇਖਿਆ ਜਾਂਦਾ ਹੈ, ਜਿਹੜੇ ਸ਼ਬਦ ਕਬੀਰ ਜੀ ਨੇ ਵਰਤੇ ਨੇ, ਗੁਰੂ ਅਰਜਨ ਪਾਤਸ਼ਾਹ ਜੀ ਵੀ ਇੰਝ ਹੀ ਵਰਤਦੇ ਨੇ, ਪਰ ਉਹਦਾ ਕੰਸੈਪਟ ਦੂਜਾ ਕਰ ਦਿੰਦੇ ਨੇ। ਇਹ ਇੱਕ ਪੱਖ ਤੇ ਹੈ ਪਰਮਾਤਮਾ ਨੂੰ ਭੁੱਲ ਕੇ ਪਰਾਇਆ ਤਨ, ਪਰਾਈ ਨਿੰਦਿਆ, ਪਰਾਇਆ ਤਨ, ਅਪਵਾਦ ਆਦਿਕ ਇਹ ਵਿਕਾਰ, ਇਹ ਅਪਰਾਧ ਮਨੁੱਖ ਕਰਦਾ। ਪਰ ਜੇ ਉਹ ਕਿਤੇ ਪਰਮਾਤਮਾ ਦੇ
ਸੰਗਤ ਵਿੱਚ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਵੇ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ, ਪਰ ਧਨ ਪਰ ਤਨ ਪਰਤੀ ਨਿੰਦਾ, ਅਖਾਦ ਖਾਏ ਹਰ ਕਾਇਆ, ਸਾਚ ਧਰਮ ਸਿਉ ਰੁਚि ਨਹੀਂ ਆਵੈ, ਸਤ ਸੁਣ ਛੋਹਾਇਆ। ਕਿ ਉਹ ਮਨੁੱਖ ਜਿਹੜਾ ਰੱਬ ਨੂੰ ਭੁਲਾ ਦਿੰਦਾ ਹੈ, ਉਹ ਪਰਾਇਆ ਧਨ ਮੰਨਦਾ ਹੈ, ਪਰਾਇਆ ਤਨ ਭੋਗਦਾ ਹੈ, ਪਰਾਈ ਨਿੰਦਿਆ ਵਿੱਚ ਖਪਤ ਕਰਦਾ ਰਹਿੰਦਾ ਹੈ ਅਤੇ ਉਹ ਚੀਜ਼ਾਂ ਵੀ ਖਾ ਜਾਂਦਾ ਹੈ ਜੋ ਨਹੀਂ ਖਾਣੀਆਂ। ਅਖਾਦ ਖਾਏ, ਪਰਾਇਆ ਹੱਕ ਵੀ ਮਾਰ ਕੇ ਖਾ ਜਾਂਦਾ ਹੈ। ਉਹਨੂੰ ਕਦੇ ਵੀ ਸੱਚ ਧਰਮ ਨਾਲ, ਸੱਚੇ ਜੀਵਨ ਨਾਲ ਉਹਦੀ ਰੁਚੀ ਬਣਦੀ ਨਹੀਂ ਅਤੇ ਸੱਚ ਸੁਣ ਕੇ ਉਸ ਨੂੰ ਇੰਝ ਲੱਗਦਾ ਜਿਵੇਂ ਭਿੱਟ ਗਿਆ ਹੋਵੇ, ਸੱਚ ਦੇ ਨੇੜੇ ਹੀ ਨਹੀਂ ਜਾਣਾ ਚਾਹੁੰਦਾ। ਐਸਾ ਮਨੁੱਖ ਉਹ ਹੈ ਜਿਹੜਾ ਮਨੁੱਖ ਇਸ ਆਵਾਗਮਨ ਦੇ ਗੇੜ ਵਿੱਚ ਫਸਿਆ ਹੋਇਆ ਹੈ, ਇਹਨਾਂ ਵਿਕਾਰੀ ਜੀਵਨ ਵਿੱਚ ਫਸਿਆ ਹੋਇਆ ਹੈ। ਅਜਿਹੇ ਆਵਾਗਮਨ ਦੇ ਚੱਕਰ ਤੋਂ ਬਚਣ ਲਈ ਸਤਸੰਗਤ ਕਰਨੀ ਹੈ, ਨਾ ਕਿ ਸਿਰਫ ਕਰਮਕਾਂਡ ਬਣ ਕੇ ਕੋਈ ਐਸਾ ਜੋਗੀਆਂ ਵਾਲੇ ਕਰਮਕਾਂਡ ਕਰਕੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਧੂਣੀਆਂ ਤਪਾਉਣਾ, ਜੰਗਲਾਂ ਵਿੱਚ ਜਾ ਕੇ ਸਮਾਧੀਆਂ ਲਾਉਣੀਆਂ ਜਾਂ ਭੁੱਖੇ ਰਹਿਣਾ ਆਦਿ ਕਰਮਕਾਂਡ ਕਰਕੇ ਜੋਗੀ ਨਹੀਂ ਬਣਨਾ। ਅਸਲ ਜੋਗੀ ਬਣਨਾ, ਜੇ ਸੱਚਮੁੱਚ ਜੋਗੀ ਬਣ ਜਾਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾ ਦਿੰਦੇ ਹਨ, ਮੈਂ ਉਸ ਜੋਗੀ ਨੂੰ ਜੋਗੀ ਨਹੀਂ ਮੰਨਦਾ, ਮੈਂ ਉਸ ਜੋਗੀ ਦੀ ਜੁਗਤੀ ਨੂੰ ਪਸੰਦ ਨਹੀਂ ਕਰਦਾ, ਸਗੋਂ ਇਹ ਆਖਦਾ ਹਾਂ ਉਸ ਜੋਗੀ ਨੂੰ ਅਜੇ ਜੀਵਨ ਦੀ ਜੁਗਤੀ ਆਈ ਹੀ ਨਹੀਂ, ਜਿਸ ਦੇ ਅੰਦਰ ਲੋਭ ਵੀ ਹੈ, ਮੋਹ ਵੀ ਹੈ, ਮਾਇਆ ਵੀ ਹੈ, ਮਮਤਾ ਵੀ ਹੈ ਅਤੇ ਫਿਰ ਇਹ ਇਸ ਦੇ ਵਿੱਚ ਮੁੜ ਫਸਦਾ ਹੈ। ਜਿਸ ਦੇ ਹਿਰਦੇ ਵਿੱਚ ਇਹ ਚੀਜ਼ਾਂ ਵਸੀਆਂ ਹੋਈਆਂ ਨੇ ਉਹ ਅਸਲ ਵਿੱਚ ਜੋਗੀ ਨਹੀਂ ਹੈ। ਤਹਿ ਜੋਗੀ ਕੋ ਜੁਗਤ ਨਾ ਜਾਣੋ, ਲੋਭ ਮੋਹ ਮਾਇਆ ਮਮਤਾ ਫੁਨ, ਜਹ ਕਟ ਮਾਹੇ ਪਛਾਨੋ। ਅਸ ਜੋਗੀ ਫਿਰ ਕੌਣ ਹੈ? ਗੁਰੂ ਸਾਹਿਬ ਜੀ ਫਰਮਾਨ ਕਰ ਜਾਂਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ, ਕਿ ਤੂੰ ਅਸਲ ਜੋਗੀ ਬਣ ਤਾਂ ਕਿ ਇਹਨਾਂ ਵਿਕਾਰਾਂ ਤੋਂ ਉੱਪਰ ਉੱਠ ਕੇ ਉਸ ਪ੍ਰਮਾਤਮਾ ਦੀ ਭਾਵ ਭਗਤੀ ਵਿੱਚ ਲੱਗ ਕੇ ਜੀਵਨ ਨੂੰ ਸਫਲ ਕਰ ਸਕੇ। ਫਿਰ ਤੇਰੀ ਜ਼ਿੰਦਗੀ ਵਿੱਚ ਪਰ ਨਿੰਦਾ ਉਸਤਤ ਨਾ ਜਾਂਕੈ, ਕੰਚਨ ਲੋਹ ਸਮਾਨੋ, ਹਰਖ ਸੋਗ ਤੇ ਰਹਿ ਅਤੀਤਾ, ਜੋਗੀ ਤਾਹੇ ਬਖਾਨੋ। ਅਸਲ ਵਿੱਚ ਤਾਂ ਹੀ ਜੋਗੀ ਬਣ ਸਕਦਾ ਹੈ, ਅਸਲ ਵਿੱਚ ਤਾਂ ਹੀ ਪ੍ਰਭੂ ਦੀ ਪ੍ਰੇਮਾ ਭਗਤੀ ਦਾ ਜੁੜਿਆ ਅਖਵਾ ਸਕਦਾ ਹੈ, ਜੇ ਤੇਰੇ ਜੀਵਨ 'ਚ ਪਰਾਈ ਨਿੰਦਾ ਮਿਟ ਜਾਏਗੀ, ਤੈਨੂੰ ਆਪਣੀ ਉਸਤਤ ਸੁਣਨ ਦਾ ਚਾਅ ਨਹੀਂ ਰਹੇਗਾ ਕਿ ਕੋਈ ਮੈਨੂੰ ਕੋਈ ਵੱਡਾ ਆਖੀ ਜਾਏ, ਮੇਰੀ ਕੋਈ ਸਿਫਤ ਸਲਾਹ ਕਰੇ, ਮੈਨੂੰ ਕੋਈ ਵਡਿਆਈ ਜਾਏ। ਆਪਣੀ ਉਸਤਤ ਤੋਂ, ਪਰਾਈ ਨਿੰਦਿਆ ਤੋਂ ਬਚ ਕੇ ਰਹੇਗਾ ਅਤੇ ਤੇਰੇ ਜੀਵਨ 'ਚ ਕੰਚਨ ਹੋਵੇ, ਲੋਹਾ ਹੋਵੇ, ਇੱਕ ਸਮਾਨ ਹੋਵੇਗਾ। ਪਰਾਇਆ ਸੋਨਾ ਦੇਖ ਕੇ ਤੈਨੂੰ ਲਾਲਚ ਨਹੀਂ ਆਵੇਗਾ, ਤੈਨੂੰ ਕੰਚਨ ਤੇ ਲੋਹੇ 'ਚ ਇੱਕੋ ਜੈਸਾ ਲੱਗੇਗਾ ਅਤੇ ਤੇਰੀ ਜ਼ਿੰਦਗੀ ਵਿੱਚ ਹਰਖ ਤੇ ਸੋਗ ਇੱਕੋ ਜਿਹੇ ਹੋ ਜਾਣਗੇ। ਤੇਰੇ ਜੀਵਨ ਵਿੱਚ ਸੁੱਖ ਦੁੱਖ ਦੋਨੋਂ ਸਮ ਕਰ ਜਾਣਾ। ਤੇਰੇ ਜੀਵਨ ਵਿੱਚ ਹਰਖ ਸੋਗ ਤੇ ਰਹਿ ਨਿਆਰੋ। ਇਹਨਾਂ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਕੇ ਜਦੋਂ ਜੀਵੇਂਗਾ ਤੇ ਇਹ ਸੋਚਣਾ ਸ਼ੁਰੂ ਕਰੇਗਾ ਕਿ ਖੁਸ਼ੀ ਆਈ ਹੈ, ਇਹ ਪ੍ਰਮਾਤਮਾ ਤੇਰੀ ਬਖਸ਼ਿਸ਼ ਹੈ, ਦੁੱਖ ਆਇਆ ਹੈ ਪ੍ਰਮਾਤਮਾ ਤੇਰੀ ਇਹ ਵੀ ਬਖਸ਼ਿਸ਼ ਹੈ, ਮੇਰੇ ਕੋਲੋਂ ਕਿਸੇ ਪਾਸੇ ਗਲਤੀ ਹੋ ਗਈ ਹੋਣੀ ਹੈ ਤਾਂ ਮੈਂ ਇਹ ਦੁੱਖ ਦਾ ਕਾਰਨ ਬਣਿਆ। ਉਦੋਂ ਤੂੰ ਇਸ ਦੁੱਖ ਸੁੱਖ ਤੋਂ ਅਤੀਤ ਹੋ ਕੇ, ਨਿਰਲੇਪ ਹੋ ਕੇ, ਜਿਸ ਤਰ੍ਹਾਂ ਜਲ ਵਿੱਚ ਕਮਲ ਨਿਰਾਲਮ ਰਹਿੰਦਾ, ਚਿੱਕੜ ਵਿੱਚ ਰਹਿੰਦਿਆਂ ਜਿਵੇਂ ਮੁਰਗਾਬੀ ਨਿਆਰੀ ਰਹਿੰਦੀ ਹੈ, ਜਿਵੇਂ ਮੁਰਗਾਬੀ ਆਪਣੇ ਫੰਗਾਂ ਨੂੰ ਗਿੱਲਾ ਨਹੀਂ ਹੋਣ ਦਿੰਦੀ ਰਹਿੰਦੀ ਪਾਣੀ ਵਿੱਚ ਹੈ, ਇਵੇਂ ਹੀ ਤੂੰ ਇਹਨਾਂ ਦੁੱਖਾਂ ਸੁੱਖਾਂ ਦੇ ਸਮੁੰਦਰ ਵਿੱਚ ਰਹਿੰਦਾ ਹੋਇਆ ਨਿਰਲੇਪ ਹੋ ਕੇ ਰਵੇਗਾ ਤਾਂ ਵਿੱਚ ਅਸਲ ਜੋਗੀ ਬਣ ਜਾਵੇਗਾ। ਜੋਗੀ ਤਾਹੇ ਬਖਾਨੋ, ਉਸ ਨੂੰ ਮੈਂ ਜੋਗੀ ਆਖ ਸਕਦਾ ਹਾਂ। ਹੁਣ ਕਬੀਰ ਸਾਹਿਬ ਜੀ ਤੀਸਰੇ ਬੰਦ ਵਿੱਚ ਇਸ ਸ਼ਬਦ ਨੂੰ ਅੱਗੇ ਖੋਲਦੇ ਹਨ ਕਿ ਫਿਰ ਕੀ ਕਰੀਏ ਜੀ, ਕਿ ਸਾਡੀ ਜ਼ਿੰਦਗੀ ਵਿੱਚੋਂ ਇਹ ਅਪਰਾਧ ਜਿਨ੍ਹਾਂ ਨੂੰ ਕਿਹਾ ਸੀ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਇਸकी ਭਾਵ ਭਗਤੀ ਨਹੀਂ ਸਾਧੀ, ਇਹ ਕਿਵੇਂ ਸਾਡੀ ਜੀਵਨ 'ਚ ਭਗਤੀ ਆ ਜਾਏ। ਤੀਸਰੇ ਬੰਦ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ हे ਭਾਈ ਕੀ ਕਰਨਾ ਹੈ। ਜੈ ਕਰ ਕਥਾ ਹੋਤ ਹਰ ਸੰਤਨ, ਇਕ ਨਿਮਖ ਨ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤ ਵਾਰੇ, ਤਿਨ ਸੰਗ ਸਦਾ ਬਸੇਰਾ। ਕਬੀਰ ਸਾਹਿਬ ਜੀ ਉੱਥੇ ਵੀ ਜੀਵਨ ਦਾ ਇੱਕ ਪੱਖ ਇਸ ਸ਼ਬਦ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਕਰਨਾ ਸੀ ਸਤਸੰਗਤ, ਪਰ ਮੈਂ ਕੀ ਕਰਦਾ ਹਾਂ, ਕਿਉਂਕਿ ਮੈਂ ਪ੍ਰਮਾਤਮਾ ਨੂੰ ਭੁੱਲ ਕੇ ਅਪਰਾਧ ਵਿੱਚ ਫਸਿਆ ਹੋਇਆ ਹਾਂ। ਕਬੀਰ ਸਾਹਿਬ ਜੀ ਕਹਿੰਦੇ ਜਿਸ ਘਰ ਵਿੱਚ ਕਥਾ ਹੁੰਦੀ ਹੋਵੇ, ਜਿਸ ਘਰ ਵਿੱਚ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੋਵੇ,
ਮੈਂ ਸਤਸੰਗਤ ਵਿੱਚ ਇੱਕ ਪਲ ਲਈ ਵੀ ਨਹੀਂ ਜੁੜਦਾ। ਮੇਰਾ ਉੱਥੇ ਮਨ ਨਹੀਂ ਲੱਗਦਾ, ਮੈਂ ਉੱਥੇ ਟਿਕਦਾ ਹੀ ਨਹੀਂ। ਮੈਂ ਤਾਂ ਆਖਦਾ ਕਦੋਂ ਭੋਗ ਪੈ ਤੇ ਚਲੀਏ। ਮੈਂ ਤਾਂ ਸਿਰਫ ਫਰਜ਼ ਨਿਭਾਈ ਕਰਕੇ ਆਉਂਦਾ ਹਾਂ ਗੁਰਦੁਆਰੇ ਵਿੱਚ। ਮੈਂ ਤਾਂ ਗੁਰਦੁਆਰੇ ਵੀ ਜਾਂਦਾ ਹਾਂ ਸਿਰਫ ਆਪਣੀਆਂ ਮੰਗਾਂ ਮੰਗਾਉਣ ਵਾਸਤੇ। ਮੈਨੂੰ ਪਤਾ ਹੀ ਨਹੀਂ ਕਿ ਮੈਂ ਜੀਵਨ ਵਿੱਚ ਆਪਣੇ ਜੀਵਨ ਨੂੰ ਘੜਨ ਵਾਸਤੇ ਸਤਸੰਗਤ ਵਿੱਚ ਜਾਣਾ। ਤੇ ਮੇਰੇ ਜੀਵਨ ਵਿੱਚ ਇਹ ਲੰਪਟ, ਇਹ ਚੋਰ, ਇਹ ਮਾੜੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਦੂਤ, ਇਹ ਮਸਤੇ ਹੋਏ ਵਿਕਾਰ ਮੇਰੇ ਜੀਵਨ ਦਾ ਹਿੱਸਾ ਬਣਦੇ ਜਾਂਦੇ ਨੇ ਅਤੇ ਮੇਰਾ ਜੀਵਨ ਇਹਨਾਂ ਦੀ ਸੰਗਤ ਵਿੱਚ ਹੀ ਹਮੇਸ਼ਾ ਬਣਿਆ ਰਹਿੰਦਾ ਹੈ। ਜਾਂਦਾ ਹਾਂ ਗੁਰਦੁਆਰੇ, ਜਾਂਦਾ ਹਾਂ ਮੈਂ ਸਤਸੰਗਤ ਵਿੱਚ, ਪਰ ਉੱਥੇ ਸਿਰਫ ਹਾਜ਼ਰੀ ਭਰਨ ਜਾਂਦਾ। ਮੈਂ ਕਦੀ ਇਹ ਨਹੀਂ ਸੋਚਿਆ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਉੱਥੇ ਜਾ ਕੇ ਸਤਸੰਗਤ ਵਿੱਚ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਦਾ ਹੀ ਨਹੀਂ। ਮੈਂ ਤਾਂ ਸਿਰਫ ਫਰਜ਼ ਅਦਾਗੀ ਕਰ ਲਈ ਜਾਂਦਾ ਹਾਂ। ਜਦੋਂ ਕਿ ਰੋਜ਼ ਇਸ ਗੱਲ ਨੂੰ ਅਸੀਂ ਚੇਤੇ ਕਰਦੇ ਹਾਂ, ਸਾਨੂੰ ਰੋਜ਼ ਸਿੱਖ ਨੂੰ ਨਿਤਨੇਮ ਕਰਨ ਦੀ ਹਦਾਇਤ ਪੰਜ ਪਿਆਰਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਖਸ਼ੀ ਜਾਂਦੀ ਹੈ। ਜਦੋਂ ਸਿੱਖ ਅੰਮ੍ਰਿਤਪਾਨ ਕਰਦਾ ਹੈ ਤੇ ਉੱਥੇ ਆਖਿਆ ਜਾਂਦਾ ਹੈ ਕਿ ਆਪਣੇ ਜੀਵਨ ਦੇ ਅੰਦਰ ਘੱਟੋ ਘੱਟ, ਵੈਸੇ ਤਾਂ ਹਰ ਸਿੱਖ ਨੂੰ ਆਪਣੇ ਜੀਵਨ ਵਿੱਚ ਸਹਿਜ ਪਾਠ ਆਰੰਭ ਕਰੀ ਰੱਖਣਾ ਚਾਹੀਦਾ ਹੈ। ਭਾਵੇਂ ਇੱਕ ਪੰਨਾ ਹੀ ਰੋਜ਼ ਦਾ ਕਰੀਏ, 2 ਪੰਨੇ ਕਰੀਏ, ਪਰ ਹਮੇਸ਼ਾ ਗੁਰਬਾਣੀ ਤੋਂ ਸੇਧ ਲੈਂਦੇ ਰਹਿਣਾ ਚਾਹੀਦਾ ਹੈ। ਪਰ ਫਿਰ ਵੀ ਜੇ ਘੱਟੋ ਘੱਟ ਹੀ ਕੋਈ ਕਵੇ ਕਿ ਘੱਟੋ ਘੱਟ ਕਿੰਨਾ ਕਰੀਏ, ਤਾਂ ਸਿੱਖ ਨੂੰ ਘੱਟੋ ਘੱਟ 5 ਬਾਣੀਆਂ ਦਾ ਨਿਤਨੇਮ ਰੋਜ਼ ਅੰਮ੍ਰਿਤ ਵੇਲੇ ਜਪ ਜਾਪ ਸਵਈਏ, ਸ਼ਾਮ ਨੂੰ ਰਹਿਰਾਸ ਤੇ ਸੋਹਿਲਾ, ਘੱਟੋ ਘੱਟ ਇਹਨਾਂ ਬਾਣੀਆਂ ਦਾ ਤਾਂ ਪਾਠ ਅਸੀਂ ਰੋਜ਼ ਕਰੀਏ। ਪਰ ਕਰੀਏ ਸਿਰਫ ਕਰਮਕਾਂਡੀ ਤੌਰ ਤੇ ਨਹੀਂ, ਬਸ ਸ਼ੁਰੂ ਕੀਤਾ ਤੇ ਭੋਗ ਪੈ ਗਿਆ, ਪਤਾ ਹੀ ਨਹੀਂ ਲੱਗਾ ਮੈਂ ਕੀ ਪੜ ਗਿਆ ਹਾਂ। ਕਰੀਏ, ਪਰ ਕਿਵੇਂ? ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਦੇ ਹਨ ਸੋਹਿਲੇ ਦੀ ਬਾਣੀ ਵਿੱਚ, ਜੈ ਕਰ ਕੀਰਤ ਆਖੀ ਹੈ, ਕਰਤੇ ਕਾ ਹੋਈ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰੋ ਸਿਰਜਣਹਾਰੋ। ਜਿਸ ਘਰ ਵਿੱਚ ਜਿੱਥੇ ਸਤਸੰਗਤ ਹੋ ਰਹੀ ਹੋਵੇ, ਇਹ ਗੁਰੂ ਪਿਆਰਿਆ, ਜੈ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਪਰ ਕਬੀਰ ਜੀ ਕਹਿੰਦੇ ਨੇ, ਮਾਇਆ ਵਿੱਚ ਗ੍ਰਸਤ ਹੋ ਕੇ, ਵਿਕਾਰਾਂ ਵਾਲਾ ਜੀਵਨ ਬਤੀਤ ਕਰਕੇ, ਪ੍ਰਭੂ ਨੂੰ ਭੁਲਾ ਕੇ ਤੇ ਮੈਂ ਤਾਂ ਜਾਂਦਾ ਨਹੀਂ। ਪਰ ਮੈਨੂੰ ਹਦਾਇਤ ਇਹ ਹੈ ਕਿ ਜਿੱਥੇ ਸਤਸੰਗਤ ਹੋ ਰਹੀ ਹੋਵੇ, ਜਿੱਥੇ ਰੱਬ ਦੇ ਗੁਣ ਗਾਇਨ ਕੀਤੇ ਜਾ ਰਹੇ ਹੋਣ ਅਤੇ ਉਸ ਕਰਤੇ ਪੁਰਖ ਦੀਆਂ ਵਿਚਾਰਾਂ ਹੋ ਰਹੀਆਂ ਹੋਣ, ਉਸ ਘਰ ਵਿੱਚ ਜਾ ਕੇ ਤੂੰ ਵੀ ਉਸ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ। ਤਿਤ ਕਰ ਗਾਵੋ ਸੋਹਿਲਾ, ਤੂੰ ਵੀ ਉੱਤੇ ਸੋਹਿਲਾ ਗਾਇਆ ਕਰ, ਤੂੰ ਵੀ ਉੱਥੇ ਪ੍ਰਮਾਤਮਾ ਦੀ ਭਜਨ ਬੰਦਗੀ ਕਰਿਆ ਕਰ, ਪ੍ਰਮਾਤਮਾ ਦੇ ਗੁਣਾਂ ਦਾ ਚਿੰਤਨ ਕਰਿਆ ਕਰ। ਸਿਵਰੋ ਸਿਰਜਣਹਾਰੋ, ਜਿਸ ਪ੍ਰਮਾਤਮਾ ਨੇ ਤੈਨੂੰ ਸਿਰਜਿਆ ਹੈ, ਜਿਸ ਪ੍ਰਮਾਤਮਾ ਨੇ ਤੈਨੂੰ ਇਹ ਜੀਵਨ ਬਖਸ਼ਿਸ਼ ਕੀਤਾ ਹੈ, ਉਸ ਨੂੰ ਚਿੰਤਨ ਵਿੱਚ, ਉਹਦੀ ਯਾਦ ਵਿੱਚ ਜੁੜਿਆ ਕਰ, ਉਹਦੀ ਸਿਫਤ ਸਲਾਹ ਕਰਿਆ ਕਰ। ਕਿਉਂ? ਤਾਂ ਕਿ ਮਨ ਵਿਕਾਰਾਂ ਤੋਂ ਹਮੇਸ਼ਾ ਸੁਚੇਤ ਰਹੇ। ਬਾਣੀ ਕਿਉਂ ਪੜ੍ਹਨੀ ਹੈ? ਸੁਚੇਤ ਰਹਿਣ ਵਾਸਤੇ। ਨਿਤਨੇਮ ਕਿਉਂ ਕਰਨਾ ਹੈ? ਸੁਚੇਤ ਰਹਿਣ ਵਾਸਤੇ। ਪਾਠ ਕਿਉਂ ਕਰਨਾ ਹੈ? ਸੁਚੇਤ ਰਹਿਣ ਵਾਸਤੇ। ਤੇ ਭਗਤ ਕਬੀਰ ਜੀ ਆਖਦੇ ਹਨ, ਜੇ ਤੂੰ ਸਤਸੰਗਤ ਵਿੱਚ ਜਾ ਕੇ ਸੱਚਮੁੱਚ ਬਾਣੀ ਦੇ ਲੜ ਲੱਗ ਜਾਏ, ਸੱਚਮੁੱਚ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਏ, ਤਾਂ ਪਤਾ ਫਿਰ ਤੇਰੀ ਅਵਸਥਾ ਕੀ ਹੋਣੀ ਹੈ। ਜਿਹੜੀ ਪਹਿਲੀ ਕਹਿ ਕਿ ਤੂੰ ਪਰਾਏ ਧਨ, ਪਰਾਏ ਤਨ, ਪਰਾਈ ਨਿੰਦਿਆ, ਇਹਨਾਂ ਵਿੱਚ ਲੱਗੇਗਾ, ਪਰ ਜੇ ਤੂੰ ਸਤਸੰਗਤ ਵਿੱਚ ਆਵੇਂਗਾ, ਤੇਰੀ ਕਾਇਆ ਪਲਟ ਹੋ ਜਾਵੇਗੀ। ਮੁੜ ਕੇ ਉਹੋ ਜਿਹੇ ਸ਼ਬਦ ਵਰਤ ਕੇ ਸਤਿਗੁਰੂ ਜੀ ਬਾਣੀ ਵਿੱਚ ਸਾਨੂੰ ਸਮਝਾ ਜਾਂਦੇ ਨੇ, ਪਰ ਤਨ ਪਰਤੀ ਨਿੰਦਾ, ਇਨ ਸਿਉ ਪ੍ਰੀਤ ਨਾ ਲਾਗੈ। ਹੁਣ ਸਤਸੰਗਤ ਵਿੱਚ ਆ ਗਏ, ਹੁਣ ਇੱਥੇ ਨਾ ਪਰਾਇਆ ਧਨ ਚੰਗਾ ਲੱਗਣਾ, ਨਾ ਪਰਾਇਆ ਤਨ, ਪਰਾਇਆ ਸਰੀਰ ਭੋਗਣ ਦਾ ਮਨ ਲਾਲਸਾ ਹੋਣੀ ਹੈ, ਕਾਮ ਤੋਂ ਬਚ ਜਾਏਗਾ। ਪਰਤੀ ਨਿੰਦਾ, ਪਰਾਈ ਨਿੰਦਿਆ ਵੀ ਹੁਣ ਚੰਗੀ ਨਹੀਂ ਲੱਗਣੀ। ਇਨ ਸਿਉ ਪ੍ਰੀਤ ਨਾ ਲਾਗੈ, ਹੁਣ ਇਹਨਾਂ ਨਾਲ ਪ੍ਰੀਤ ਲੱਗਣੀ ਹੀ ਨਹੀਂ। ਤੇ ਕੀ ਹੋਵੇਗਾ? ਜੇ ਤੂੰ ਸੱਚਮੁੱਚ ਦੀ ਸੰਗਤ ਕਰਨਾ ਸਿੱਖ ਜਾਵੇਂ, ਜੇ ਤੂੰ ਸੱਚਮੁੱਚ ਗੁਰਬਾਣੀ ਪੜ੍ਹਨ ਦੀ ਜਾਚ ਸਿੱਖ ਲਵੇਂ, ਜੇ ਤੂੰ ਸੱਚਮੁੱਚ ਸੰਗਤ ਦਾ ਪ੍ਰਯੋਜਨ ਸਮਝ ਲਵੇਂ, ਤਾਂ ਫਿਰ ਕੀ ਹੋਵੇਗਾ? ਸੰਤਾਂ ਸੰਗ ਸੰਤ ਸੰਭਾਖਣ, ਸੰਤਾਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ, ਉਹਨਾਂ ਦੇ ਬਚਨਾਂ ਨੂੰ ਸੁਣ ਕੇ, ਉਹਨਾਂ ਦੇ ਵਿਚਾਰਾਂ ਨੂੰ ਸੁਣ ਕੇ, ਹਰ ਕੀਰਤਨ ਮਨ ਜਾਗੈ। ਹਰੀ ਦੇ ਕੀਰਤਨ ਵਿੱਚ, ਰੱਬ ਦੀ ਸਿਫਤ ਸਲਾਹ ਵਿੱਚ ਆਪਣੇ ਮਨ ਨੂੰ ਜਾਗ ਕੇ ਰੱਖੇਗਾ, ਜਗਾ ਕੇ ਰੱਖੇਗਾ, ਜਾਗਦਾ ਰਵੇਂਗਾ, ਸੁਚੇਤ ਰਵੇਂਗਾ ਕਿ ਮੈਂ ਗੁਰਸਿੱਖ ਹਾਂ, ਮੈਂ ਬਾਣੀ ਪੜ੍ਹਨ ਵਾਲਾ ਹਾਂ, ਮੈਂ ਰੋਜ਼ ਨਿਤਨੇਮ ਕਰਦਾ ਹਾਂ, ਮੈਂ ਅੰਮ੍ਰਿਤਧਾਰੀ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹਾਂ। ਤਾਂ ਫਿਰ ਮੈਂ ਕਿਹੜੇ ਵਿਕਾਰਾਂ ਵਿੱਚ ਫਸ ਗਿਆ? ਤਾਂ ਉਦੋਂ ਜਗਾ ਕੇ ਰੱਖੇਗਾ ਮਨ ਵਿੱਚ, ਕਿਉਂਕਿ ਤੈਨੂੰ ਹੁਣ ਜੀਵਨ ਦਾ ਅਸਲ ਮਕਸਦ ਪਤਾ ਚੱਲ ਗਿਆ। ਨਹੀਂ
ਤਾਂ ਫਿਰ ਉਹਨਾਂ ਵਿਕਾਰਾਂ ਵਿੱਚ ਫਸਿਆ ਹੀ ਰਵੇਂਗਾ। ਚੌਥੇ ਬੰਦ ਵਿੱਚ ਹੁਣ ਭਗਤ ਕਬੀਰ ਜੀ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ, ਇੱਕ ਹੋਰ ਮਿਸਾਲ ਦੇ ਕੇ ਸਾਨੂੰ ਸਮਝਾਉਂਦੇ ਹਨ ਕਿ ਜੇ ਮਨੁੱਖ ਨੇ ਆਪਣੇ ਜੀਵਨ ਵਿੱਚ ਸੰਗਤ ਨਾ ਕੀਤੀ ਤਾਂ ਕਬੀਰ ਸਾਹਿਬ ਜੀ ਆਖਦੇ ਨੇ ਇਹ ਕਾਮੇ ਵੀ ਹੋਵੇਗਾ। ਕਾਮ, ਕ੍ਰੋਧ, ਮਾਇਆ, ਮਦ ਮਤਸਰ ਇਹ ਸੰਪੈ ਮੋਹ ਮਾਹੀ। ਜਿਵੇਂ ਦੁਨੀਆ ਦੇ ਅੰਦਰ ਮਨੁੱਖ ਆ ਕੇ ਮਾਇਆ ਦੇ ਗੇੜ ਵਿੱਚ ਫਸਦਾ ਹੈ, ਭਾਵ ਹਮੇਸ਼ਾ ਚਿੰਤਨ ਹੁੰਦਾ ਕਿ ਮੇਰੇ ਕੋਲ ਕੋਟ ਜੋੜੇ, ਲੱਖ ਕਰੋੜੇ, ਮਨ ਹੋਰੇ, ਪਰੇ ਪਰੇ ਕਿਉਂ ਲੁਝੀ। ਇਹ ਪਤਾ ਹੈ ਮੇਰੇ ਕੋਲ ਆਪਣੀ ਔਰਤ ਹੈ, ਘਰ ਕੀ ਨਾਰੀ, ਪਰ ਗ੍ਰਹਿ ਬਿਕਾਰੀ, ਬੁਰਾ ਭਲਾ ਨਹੀਂ ਸਿੱਜੀ ਹੈ। ਸੁੰਦਰ ਨਾਰੀ ਅਨਕ ਪ੍ਰਕਾਰੀ, ਪਰ ਗ੍ਰਹਿ ਬਿਕਾਰੀ, ਬੁਰਾ ਭਲਾ ਨਹੀਂ ਸਿੱਜੀ ਹੈ। ਇੰਜ ਭਗਤ ਕਬੀਰ ਜੀ ਆਖਦੇ ਹਨ ਇਹ ਮਨੁੱਖ ਕਾਮੀ ਵੀ ਹੈ, ਅਤੇ ਜਦੋਂ ਕਿਤੇ ਕੁਝ ਪ੍ਰਾਪਤ ਹੁੰਦਾ ਹੈ ਖੁਸ਼ ਹੁੰਦਾ ਹੈ, ਜਦੋਂ ਕਿਤੇ ਜਾਣ ਲੱਗਦਾ ਹੈ ਇਹ ਦੁਖੀ ਵੀ ਹੋ ਜਾਂਦਾ ਹੈ, ਕ੍ਰੋਧੀ ਵੀ ਹੋ ਜਾਂਦਾ ਹੈ। ਇਹ ਮਾਇਆ ਦੇ ਮਸ ਵਿੱਚ, ਮਾਇਆ ਦੇ ਮੋਹ ਵਿੱਚ ਮਸਤ ਹੋ ਜਾਂਦਾ ਹੈ। ਮਤਸਰ ਇਹ ਈਰਖਾਲੂ ਵੀ ਹੋ ਜਾਂਦਾ ਹੈ। ਇਹਦੇ ਅੰਦਰ ਦੂਜਿਆਂ ਨੂੰ ਦੇਖ ਦੇਖ ਕੇ ਕੀਨਾ, ਸਾੜਾ, ਨਿੰਦਿਆ, ਚੁਗਲੀ ਇਹ ਵਿਕਾਰ ਪੈਦਾ ਹੋ ਜਾਂਦੇ ਹਨ, ਅਤੇ ਇਹ ਵਿਕਾਰ ਫਿਰ ਇਹਨੂੰ ਚੰਗੇ ਲੱਗਣ ਲੱਗ ਜਾਂਦੇ, ਇਹ ਸੰਪਤੀ ਬਣ ਜਾਂਦੀ ਹੈ। ਕਬੀਰ ਸਾਹਿਬ ਜੀ ਆਖਦੇ ਹਨ ਕਾਮ, ਕ੍ਰੋਧ, ਮਾਇਆ, ਮਦ ਮਤਸਰ। ਕਾਮ ਦਾ ਰੋਗ, ਕ੍ਰੋਧ ਦਾ ਰੋਗ, ਮਾਇਆ ਦਾ ਨਸ਼ਾ ਅਤੇ ਈਰਖਾ ਕਰਨੀ ਇਹ ਮੇਰਾ ਸੰਪਤੀ, ਇਹ ਮੇਰਾ ਸੰਪੈ ਭਾਵ ਸੰਪਤੀ, ਮੇਰੀ ਦੌਲਤ, ਮੇਰੇ ਧਨ ਦੌਲਤ ਇਹ ਬਣ ਜਾਂਦੀ ਹੈ। ਤੇ ਮੇਰੇ ਜੀਵਨ ਵਿੱਚ ਨਾ ਦਇਆ ਆਉਂਦੀ ਹੈ, ਨਾ ਧਰਮ ਕੋਈ ਫਰਜ਼ ਨਿਭਾਉਣਾ ਹੁੰਦਾ ਹੈ, ਨਾ ਗੁਰੂ ਦੀ ਸੇਵਾ ਦਾ ਗੁਣ ਪੈਦਾ ਹੁੰਦਾ ਹੈ। ਇਹ ਗੁਣ ਤਾਂ ਸੁਪਨੇ ਵਿੱਚ ਵੀ ਨਹੀਂ ਆਉਂਦੇ। ਜਾਂਦਾ ਹਾਂ ਸੰਗਤ ਕਰਨ, ਪਰ ਮੈਂ ਉੱਥੇ ਵੀ ਜਾ ਕੇ ਸਿੱਖਦਾ ਕੁਝ ਨਹੀਂ, ਬਦਲਦਾ ਨਹੀਂ, ਤੇ ਮੇਰੇ ਜੀਵਨ ਵਿੱਚ ਫਿਰ ਅਪਰਾਧ ਆਣ ਘੇਰਦੇ ਹਨ। ਕਰੀਏ ਕੀ? ਜਿਨ੍ਹਾਂ ਇਸ ਦੇ ਉਲਟ ਜਿਹੜਾ ਮਨੁੱਖ ਸੱਚਮੁੱਚ ਪ੍ਰਭੂ ਦੀ ਪ੍ਰੇਮਾ ਭਗਤੀ ਕਰਦਾ ਹੈ, ਜਿਹੜਾ ਮਨੁੱਖ ਸੱਚਮੁੱਚ ਸੰਗਤ ਵਿੱਚ ਜਾਣ ਦਾ ਪ੍ਰਯੋਜਨ ਇਹ ਸਮਝਦਾ ਕਿ ਮੇਰਾ ਪ੍ਰੇਮ, ਮੇਰੀ ਪ੍ਰੀਤ ਉਸ ਸੱਚੇ ਪ੍ਰਭੂ ਨਾਲ ਹੋ ਜਾਏ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਫਿਰ ਜਦੋਂ ਇਹਨਾਂ ਵਿਕਾਰਾਂ ਵੱਲੋਂ ਤੋੜ ਲੈਂਦਾ ਹੈ, ਸੱਚੀ ਪ੍ਰੀਤ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਉਹ ਮਨੁੱਖ ਫਿਰ ਆਪਣੇ ਜੀਵਨ ਵਿੱਚ ਚੰਗੇ ਗੁਣ ਪੈਦਾ ਕਰਦਾ ਹੈ। ਪਰ ਜਿਹੜਾ ਮਨੁੱਖ ਪ੍ਰਭੂ ਦੀ ਪ੍ਰੇਮਾ ਭਗਤੀ ਕਰਦਾ ਹੈ, ਉਹ ਇਹ ਸਾਰੇ ਔਗਣ ਖਤਮ ਕਰ ਲੈਂਦਾ, ਉਸ ਦੇ ਜੀਵਨ ਵਿੱਚ ਸੱਚ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ, ਦਇਆ ਆ ਜਾਂਦਾ ਹੈ, ਧਰਮ ਆ ਜਾਂਦਾ ਹੈ। ਇਹ ਸਾਰੇ ਗੁਣ ਆਪਣੇ ਅੰਦਰ ਭਰ ਲੈਂਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਇਸ ਨੂੰ ਇੰਜ ਬਿਆਨ ਕਰਦੇ ਹਨ ਕਿ ਉਹਦੇ ਜੀਵਨ ਵਿੱਚ, ਭਗਤ ਕਬੀਰ ਜੀ ਕਹਿੰਦੇ ਨੇ ਇਹ ਸੰਪਤੀ ਬਣ ਜਾਂਦੀ ਹੈ, ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਮੈਂ ਹਾਰ ਜਾਂਦਾ ਹਾਂ, ਇਹ ਸੰਪਤੀ ਨੂੰ ਜੂਏ ਵਿੱਚ ਹਾਰ ਜਾਂਦਾ ਹਾਂ। ਕਾਮ, ਕ੍ਰੋਧ, ਮਾਇਆ, ਮਦ ਮਤਸਰ ਇਹ ਖੇਲਤ ਸਭ ਜੂਐ ਹਾਰੇ। ਭਗਤ ਕਬੀਰ ਜੀ ਇੱਕ ਪੱਖ ਬਿਆਨ ਕਰਦੇ ਨੇ, ਇਹ ਮੇਰੀ ਧਨ ਦੌਲਤ ਬਣ ਗਈ, ਮੈਂ ਇਹਨਾਂ ਨਾਲ ਪਿਆਰ ਪਾ ਲਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਸਤ ਸੰਗਤ ਵਿੱਚ ਆਵੇਂਗਾ ਤਾਂ ਫਿਰ ਇਹ ਕਾਮ, ਕ੍ਰੋਧ, ਮਾਇਆ, ਮਦ ਮਤਸਰ, ਇਹ ਈਰਖਾ, ਇਹ ਮਾਇਆ ਦਾ ਮੋਹ, ਇਹ ਕ੍ਰੋਧ, ਇਹ ਕਾਮ, ਇਹ ਸਾਰੇ ਵਿਕਾਰ, ਇਹ ਮੈਂ ਜਦੋਂ ਸਤ ਸੰਗਤ ਵਿੱਚ ਆ ਕੇ ਜੂਆ ਖੇਡਿਆ, ਨਾਮ ਦੀ ਕਮਾਈ ਕੀਤੀ, ਕਿਨਹੀ ਬੰਜਾ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸਪਾਰੀ, ਸੰਤੋ ਬੰਜਾ ਨਾਮ ਗੋਬਿੰਦ ਕਾ। ਮੈਂ ਜਦੋਂ ਨਾਮ ਦਾ ਵਪਾਰੀ ਬਣਿਆ, ਇਹ ਖੇਲਤ ਸਭ ਜੂਐ ਹਾਰੀ। ਇਹ ਨਾਮ ਦਾ ਵਪਾਰੀ ਬਣ ਕੇ, ਇਸ ਨਾਮ ਦੇ ਵਪਾਰ ਵਿੱਚ ਲੱਗ ਕੇ ਮੈਂ ਇਹਨਾਂ ਵਿਕਾਰਾਂ ਨੂੰ ਹਾਰ ਗਿਆ, ਭਾਵ ਆਪਣੇ ਜੀਵਨ ਚੋਂ ਕੱਢ ਕੇ ਪਰਾਂ ਸੁੱਟ ਦਿੱਤੇ, ਅਤੇ ਮੇਰੇ ਜੀਵਨ ਵਿੱਚ ਸਤ, ਸੰਤੋਖ, ਦਇਆ, ਧਰਮ, ਸੱਚ, ਮੇਰੇ ਜੀਵਨ ਸੱਚ ਆ ਗਿਆ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਸੱਚ ਆ ਗਿਆ, ਸੰਤੋਖ ਆ ਗਿਆ, ਦਇਆ ਆ ਗਈ, ਧਰਮ ਆ ਗਿਆ। ਸਤ, ਸੰਤੋਖ, ਦਇਆ, ਧਰਮ, ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੇ, ਇਹ ਮੈਂ ਆਪਣੇ ਅੰਦਰ ਵਾੜ ਲਏ, ਵਾਰੇ ਵਾੜ ਲਏ, ਆਪਣੇ ਅੰਦਰ ਪੈਦਾ ਕਰ ਲਏ। ਕਿ ਸਤ ਸੱਚਾ ਆਚਰਣ, ਸੰਤੋਖ ਸੰਤੋਖੀ ਬਿਰਤੀ, ਦਇਆ ਦੂਜਿਆਂ ਦੇ ਉੱਪਰ ਤਰਸ ਕਰਨਾ, ਧਰਮ ਆਪਣੇ ਫਰਜ਼ਾਂ ਨੂੰ ਪੂਰਾ ਕਰਨਾ, ਸੱਚ ਅਕਾਲ ਪੁਰਖ ਵਾਹਿਗੁਰੂ, ਇਹ ਸੱਚ ਮੇਰੇ ਜੀਵਨ ਦਾ ਆਧਾਰ ਬਣ ਜਾਂਦਾ ਹੈ। ਇਹਨਾਂ ਸਾਰੇ ਗੁਣਾਂ ਨੂੰ ਮੈਂ ਜਦੋਂ ਸਤਸੰਗਤ ਵਿੱਚ ਆਪਣੇ ਅੰਦਰ ਪ੍ਰਵੇਸ਼ ਕਰ ਲਿਆ, ਮੇਰਾ ਜੀਵਨ ਸਫਲ ਹੋ ਜਾਂਦਾ ਹੈ। ਹੁਣ ਇਹ ਦੋ ਤਰ੍ਹਾਂ ਦਾ ਜੀਵਨ ਹੈ, ਇੱਕ ਹੈ ਸੰਸਾਰਿਕ ਮਨੁੱਖੀ ਤਨ ਦੇ ਰੂਪ ਵਿੱਚ, ਤਨ ਦੇ ਤਲ ਤੇ ਜਿਉਣਾ, ਦੂਜਾ ਹੈ ਮਨ ਦੇ ਤਲ ਤੇ ਜਿਉਣਾ। ਗੁਰਬਾਣੀ ਸਾਡੇ ਜੀਵਨ ਵਿੱਚ ਮਨ ਦੇ ਤਲ ਤੇ ਜਿਉਣਾ ਵੀ ਸਿਖਾਉਂਦੀ ਹੈ, ਤਾਂ ਕਿ ਮਨੁੱਖ ਦਾ ਇਹ ਜੀਵਨ ਸਿਰਫ ਤਨ ਦੇ ਉੱਪਰ ਹੀ ਨਾ ਰੱਖਣਾ ਹੋਵੇ ਕਿ ਮੈਂ ਤਨ ਦੇ ਸਾਰੇ, ਮੇਰੇ ਕੋਲ ਪੈਸਾ ਹੈ, ਦੌਲਤ ਹੈ, ਮਕਾਨ ਹੈ, ਰੋਟੀ ਹੈ, ਕੱਪੜਾ ਹੈ, ਸਾਰੇ ਦੁਨੀਆ ਦੇ ਸਾਧਨ ਹੈ, ਸਿਰਫ ਇੱਥੇ ਹੀ ਨਾ ਰਹੇ।
ਇਹ ਵੀ ਹੋਵੇ, ਮੇਰੇ ਕੋਲ ਸੱਚ ਹੈ, ਮੇਰੇ ਕੋਲ ਸੰਤੋਖ ਹੈ, ਮੈਂ ਦੂਜੇ ਦਾ ਭਲਾ ਕਰ ਸਕਦਾ ਹਾਂ, ਮੈਂ ਸੇਵਾ ਕਰ ਸਕਦਾ ਹਾਂ, ਮੈਂ ਉਸ ਵਾਹਿਗੁਰੂ ਦਾ ਚਿੰਤਨ ਕਰ ਸਕਦਾ ਹਾਂ, ਇਹ ਦੌਲਤ ਹੀ ਇਕੱਠੀ ਹੋਵੇ। ਤੇ ਫਿਰ ਕੀ ਕਰੀਏ? ਸਤ ਸੰਗਤ ਵਿੱਚ ਅਸੀਂ ਸਾਰੇ ਹੀ ਆਉਂਦੇ ਹਾਂ, ਉੱਥੇ ਆ ਕੇ ਵੀ ਜੇ ਸਾਡਾ ਜੀਵਨ ਨਹੀਂ ਬਦਲਦਾ ਫਿਰ ਕੀ ਕਰੀਏ ਜੀ? ਆਖਰੀ ਇਸ ਸ਼ਬਦ ਦੀ ਪੰਕਤੀ ਵਿੱਚ ਕਬੀਰ ਸਾਹਿਬ ਜੀ ਗੁਰਮਤਿ ਦਾ ਉਹ ਕੀਮਤੀ ਸਿਧਾਂਤ ਕਿ ਇੱਥੇ ਜਦੋਂ ਸਤ ਸੰਗਤ ਵਿੱਚ ਆਈਏ ਅਰਦਾਸ ਕਰਨੀ ਸਿੱਖ ਲਈਏ, ਅਰਦਾਸ ਕਰਨ ਦੀ ਜਾਂਚ ਸਿੱਖ ਲਈਏ ਕਿ ਇੱਥੇ ਆ ਕੇ ਸਿਰਫ ਦੁਨੀਆ ਦੀਆਂ ਦਾਤਾਂ ਹੀ ਨਾ ਮੰਗੀਏ, ਇੱਥੇ ਆ ਕੇ ਸਿਰਫ ਦੁਨੀਆ ਦੇ ਸੁੱਖਾਂ ਦੀ ਪ੍ਰਾਪਤੀ ਲਈ ਹੀ ਯਤਨਸ਼ੀਲ ਹੋਈਏ। ਉਹ ਤਾਂ ਵਾਹਿਗੁਰੂ ਨੇ ਦੇਣੇ ਹੀ ਹਨ। ਤੂੰ ਉਦਮ ਕਰੇਗਾ, ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਪਹੁੰਚ ਲਏਗਾ। ਪਰ ਇੱਥੇ ਆ ਕੇ ਮੰਗੀ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣ, ਇੱਥੇ ਹਰੀ ਜਸ ਮੰਗੀ, ਇੱਥੇ ਸਿਰਫ ਸਲਾਹ ਮੰਗੀ, ਇੱਥੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਮੰਗੀ, ਇੱਥੇ ਪ੍ਰਮਾਤਮਾ ਦੇ ਸਿਮਰਨ ਦੀ ਦਾਤ ਮੰਗੀ ਅਤੇ ਆਖੀ ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਇਹ ਅਰਦਾਸ ਕਰ ਦੀਨ ਦਇਆਲ ਕਿਰਪਾਲ ਦਬੋਦਰ ਭਗਤ ਬਚਲ ਪੈਹਾਰੀ, ਕਹਿਤ ਕਬੀਰ ਪੀਰ ਜਨ ਰਾਖੋ ਹਰ ਸੇਵਾ ਕਰੂੰ ਤੁਮਾਰੀ। ਕਬੀਰ ਸਾਹਿਬ ਜੀ ਆਖਦੇ ਹਨ ਕਿ हे ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਵਾਹਿਗੁਰੂ ਜੀ, ਪ੍ਰਭੂ ਜੀ, हे ਕਿਰਪਾ ਦੇ ਸਾਗਰ ਪ੍ਰਭੂ ਜੀ, हे ਦਮੋਦਰ, हे ਅਕਾਲ ਪੁਰਖ ਵਾਹਿਗੁਰੂ, हे ਭਗਤਾਂ ਦੀ ਪੈਜ ਰੱਖਣ ਵਾਲੇ ਭਗਤ ਬਚਲ, हे ਸਾਡੇ ਭੈ ਦੂਰ ਕਰਨ ਵਾਲੇ ਪ੍ਰਮਾਤਮਾ ਵਾਹਿਗੁਰੂ ਜੀ, ਕਿਰਪਾ ਕਰੋ। ਕਹਿਤ ਕਬੀਰ, ਕਬੀਰ ਆਖਦਾ ਹੈ ਪੀਰ ਜਨ ਰਾਖੋ, ਮੈਨੂੰ ਇਸ ਵਿਕਾਰੀ ਜੀਵਨ ਤੋਂ ਸਤਸੰਗਤ ਚ ਆ ਕੇ ਮੰਗੀ। ਇਹ ਅਰਦਾਸ ਕਰੀਏ ਉਸ ਪ੍ਰਮਾਤਮਾ ਦੇ ਉੱਪਰ ਜੋ ਦਰ ਆਏ ਦੀ ਲਾਜ ਰੱਖਦਾ ਹੈ, ਦਰ ਆਏ ਦੀ ਮੰਗਾਂ ਪੂਰੀਆਂ ਕਰਦਾ ਹੈ। ਮੰਗਦੇ ਅਸੀਂ ਦੂਜੀਆਂ ਦਾਤਾਂ ਵੀ ਹਨ, ਉਹ ਵੀ ਮਿਲਦੀਆਂ ਤਾਂ ਜਾਂਦੀਆਂ ਹੀ ਹਨ, ਪਰ ਮਨੁੱਖ ਕਦੀ ਆਪਣੇ ਜੀਵਨ ਵਿੱਚ ਆ ਕੇ ਸਤ ਸੰਗਤ ਵਿੱਚ ਆ ਕੇ ਇਹ ਨਾਮ ਦੀ ਦਾਤ ਨਹੀਂ ਮੰਗਦਾ, ਕਿਉਂਕਿ ਜੇ ਨਾਮ ਦੀ ਦਾਤ ਮੰਗਦੇ ਦੂਸਰੀਆਂ ਦਾਤਾਂ ਆਟੋਮੈਟਿਕਲੀ ਮਿਲ ਜਾਂਦੀਆਂ ਹਨ, ਆਪਣੇ ਆਪ ਵੀ ਮਿਲ ਜਾਂਦੀਆਂ ਹਨ, ਕਿਉਂਕਿ ਸਤਿਗੁਰੂ ਜੀ ਸਮਝਾ ਦਿੰਦੇ ਹਨ, ਮੰਗੋ ਰਾਮ ਤੇ ਸਭ ਥੋਕ, ਮੰਗੋ ਰਾਮ ਤੇ ਸਭ ਥੋਕ, ਸਾਰੇ ਥੋਕ ਇੱਥੇ ਸਭੇ ਥੋਕ ਪ੍ਰਾਪਤ। ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਪਾਸੋਂ ਜੋ ਮੰਗੋਗੇ ਮਿਲ ਜਾਂਦਾ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸਿਰ ਦੇਵੈ। ਪਰ ਚਾਹੀਦਾ ਕੀ ਸੀ? ਮਾਨਵ ਕੋ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੋਖ। ਚਾਹੀਦਾ ਇਹ ਸੀ ਕਿ ਉਹ ਇੱਥੇ ਆ ਕੇ ਇਹ ਮੰਗਦਾ, ਹੈ ਵਾਹਿਗੁਰੂ ਸਭ ਕੁਝ ਤੂੰ ਦਿੱਤਾ ਹੈ, ਤੇਰਾ ਸ਼ੁਕਰ ਹੈ, ਤੇਰਾ ਬਹੁਤ ਬਹੁਤ ਸ਼ੁਕਰਾਨਾ ਹੈ, ਤੂੰ ਮੈਨੂੰ ਇਹ ਜੀ ਦਿੱਤਾ ਹੈ, ਇਹ ਪਿੰਡ ਦਿੱਤਾ ਹੈ, ਅੱਖਾਂ ਦਿੱਤੀਆਂ ਨੇ, ਨੱਕ ਦਿੱਤਾ ਹੈ, ਕੰਨ ਦਿੱਤੇ ਨੇ, ਸਰੀਰ ਦਿੱਤਾ ਹੈ, ਤੂੰ ਬਹੁਤ ਦਾਤਾਂ ਦਿੱਤੀਆਂ ਨੇ, ਖਾਣ ਨੂੰ ਭੋਜਨ ਵੀ ਮਿਲ ਰਿਹਾ ਹੈ, ਪਹਿਨਣ ਨੂੰ ਕੱਪੜੇ ਵੀ ਮਿਲ ਰਹੇ ਨੇ, ਸਭ ਸੁੱਖ ਨੇ। ਹੁਣ ਇੱਕ ਜਾਚਨਾ ਹੈ, ਇੱਕ ਅਰਦਾਸ ਹੈ, ਹੁਣ ਮੈਨੂੰ ਨਾਮ ਦੀ ਦਾਤ ਬਖਸ਼ ਦੇ, ਹੁਣ ਮੈਨੂੰ ਆਪਣੇ ਪਿਆਰ ਦੀ ਦਾਤ ਬਖਸ਼ ਦੇ। ਮਾਨਵ ਕੋ ਜਾਚਤ ਸ਼ਰਮ ਪਾਈ ਹੈ ਪ੍ਰਭ ਕੈ ਸਿਮਰਨ ਮੋਖ। ਤੇ ਕਬੀਰ ਸਾਹਿਬ ਜੀ ਇਸੇ ਅਰਦਾਸ ਦਾ ਰੂਪ ਵਰਣਨ ਕਰਦੇ ਹਨ। ਕਹਿਤ ਕਬੀਰ ਭੀਰ ਜਨ ਰਾਖੋ। ਕਬੀਰ ਸਾਹਿਬ ਜੀ ਆਖਦੇ ਹਨ ਕਿ ਇਹ ਪ੍ਰਮਾਤਮਾ ਮੈਨੂੰ ਇਸ ਭੀੜਾ ਤੋਂ, ਇਹਨਾਂ ਵਿਕਾਰੀ ਜੀਵਨ ਤੋਂ ਬਚਾ ਲਈ। ਹਰ ਸੇਵਾ ਕਰੂੰ ਤੁਮਾਰੀ, ਮੈਂ ਹਮੇਸ਼ਾ ਤੇਰੀ ਸੇਵਾ ਵਿੱਚ ਲੱਗਿਆ ਰਹਾਂ। ਪ੍ਰਮਾਤਮਾ ਵਾਹਿਗੁਰੂ ਜੀ ਤੇਰੀ ਸੇਵਾ ਕਰਦਾ ਰਵਾਂ। ਹੁਣ ਸੇਵਾ ਦੇ ਪੱਖ ਤੇ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਵੱਲ ਆਵਾਂ। ਸੇਵਾ ਹਰ ਗੁਰਸਿੱਖ ਨੇ ਕਰਨੀ ਹੁੰਦੀ ਹੈ। ਗੁਰਬਾਣੀ ਦਾ ਚਿੰਤਨ ਜਦੋਂ ਅਸੀਂ ਕਰਦੇ ਹਾਂ, ਅਸੀਂ ਵੀ ਸੇਵਾ ਦੀ ਦਾਤ ਮੰਗਦੇ ਹਾਂ ਕਿ ਸਿੱਖ ਸੇਵਾ ਵੀ ਕਰਦਾ ਤੇ ਸਿਮਰਨ ਵੀ ਕਰਦਾ। ਸਿੱਖ ਜੀਵਨ ਜਾਂਚ ਦੇ ਦੋ ਮੁੱਢਲੇ ਥੰਮ ਨੇ, ਸੇਵਾ ਤੇ ਸਿਮਰਨ। ਜਦੋਂ ਅਸੀਂ ਸੇਵਾ ਦੀ ਗੱਲ ਕਰਦੇ ਹਾਂ, ਸਿਮਰਨ ਤੋਂ ਹੈ ਪ੍ਰਮਾਤਮਾ ਦਾ, ਇੱਕ ਵਾਹਿਗੁਰੂ ਦਾ। ਤੇ ਸੇਵਾ ਕੀ ਹੈ? ਸੇਵਾ ਅਸੀਂ ਖਲਕ ਦੀ ਸੇਵਾ ਵੀ ਕਰਨੀ, ਸੇਵਾ ਅਸੀਂ ਗੁਰੂ ਦੀ ਵੀ ਕਰਨੀ ਹੈ, ਸੇਵਾ ਅਸੀਂ ਪ੍ਰਮਾਤਮਾ ਦੀ ਵੀ ਕਰਨੀ ਹੈ। ਜਦੋਂ ਖਲਕ ਦੀ ਸੇਵਾ ਕਰਦੇ ਹਾਂ ਤਾਂ ਸਾਨੂੰ ਸਿਧਾਂਤ ਮਿਲ ਜਾਂਦਾ ਹੈ ਗੁਰਮਤਿ ਵਿੱਚੋਂ ਕਿ ਵੰਡ ਕੇ ਛਕ, ਦਸਵੰਧ ਕੱਢਿਆ ਕਰ ਅਤੇ ਕਿਸੇ ਲੋੜਵੰਦ ਦੀ ਜਿੰਨੀ ਤੂੰ ਮਦਦ ਕਰ ਸਕਦਾ ਹੈ, ਜਿਹੋ ਜਿਹੀ ਸੇਵਾ ਕਰ ਸਕਦਾ ਹੈ, ਉਹਦੀਆਂ ਲੋੜ ਪੂਰੀ ਕਰਨ ਲਈ ਤੂੰ ਯਤਨਸ਼ੀਲ ਰਹਿ। ਦਸਵੰਧ ਗੁਰੂ ਦਾ ਕੱਢ ਕੇ ਲੋੜਵੰਦਾਂ ਦੀ ਮਦਦ ਕਰਿਆ ਕਰ, ਮਨੁੱਖਤਾ ਦੀ ਸੇਵਾ। ਤੇ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਗੁਰੂ ਦੀ ਸੇਵਾ ਵੀ ਕਰਿਆ ਕਰ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀ ਹੈ? ਗੁਰ ਕੀ ਸੇਵਾ ਸ਼ਬਦ ਵਿਚਾਰ, ਇਸ ਸੇਵਾ ਗੁਰੂ ਦੀ ਵੀ ਕਰਨੀ ਹੈ। ਤੇ ਪ੍ਰਮਾਤਮਾ ਦੀ ਸੇਵਾ ਕੀ ਹੈ? ਸ਼ਬਦ ਵਿਚਾਰ ਕਰ ਕਰਕੇ, ਸ਼ਬਦ ਵਿਚਾਰ ਸਮਝ ਕੇ, ਬਾਣੀ ਪੜ੍ਹ ਕੇ ਉਸ ਪ੍ਰਮਾਤਮਾ ਦੀ ਯਾਦ ਵਿੱਚ ਮਨ ਜੁੜ ਜਾਏ, ਉਸ ਪ੍ਰਮਾਤਮਾ ਦੀ ਚਿੰਤਨ, ਉਸ ਪ੍ਰਮਾਤਮਾ ਦੀ ਯਾਦ, ਇਹ ਹੈ ਉਸ ਵਾਹਿਗੁਰੂ ਦੀ ਸੇਵਾ।
तो सतगुरु बख्शिश करन कि साडे जीवन विच ये सेवा की दात सतगुरु साडी झोली विच पा देन। धनासरी राग विच गुरु अर्जन पातशाह जी ने भी इहो अरदास इंज करके साडी झोली विच पाई है। हे गुरु सिखा, हे गुरु प्यारिया, ਜਦੋਂ ਵੀ ਸਤਸੰਗਤ ਵਿੱਚ ਆਵੇਂ, ਜਦੋਂ ਵੀ ਗੁਰੂ ਦੀ ਸੰਗਤ ਵਿੱਚ ਆਵੇਂ, ਉੱਥੇ ਆ ਕੇ ਅਰਦਾਸ ਕਰਿਆ ਕਰ, ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੁਖ ਦਇਆਲਾ। ਇਹ ਗੁਣਾਂ ਦੇ ਖਜ਼ਾਨੇ, ਇਹ ਦਇਆ ਦੇ ਸਾਗਰ, ਇਹ ਸਾਰਿਆਂ ਵਿੱਚ ਵਿਆਪਕ ਪ੍ਰਭੂ ਜੀ, ਇਹ ਸੁੱਖਾਂ ਦੇ ਦਾਤੇ, ਮੰਗੈ ਦਾਨ ਨਾਮ ਤੇਰੋ ਨਾਨਕ। ਇਹ ਨਾਨਕ ਤੇਰੇ ਕੋਲੋਂ ਇੱਕ ਦਾਤ ਮੰਗਦਾ ਹੈ, ਦਾਨ ਮੰਗਦਾ ਹੈ। ਜਿਉ ਮਾਤਾ ਬਾਲ ਗੋਪਾਲਾ, ਜਿਵੇਂ ਇੱਕ ਬੱਚਾ ਆਪਣੇ ਮਾਂ ਕੋਲੋਂ ਜੋ ਮੰਗਦਾ ਹੈ ਮਾਂ ਉਹਦੇ ਮੂੰਹ 'ਚ ਪਾ ਦਿੰਦੀ ਹੈ। ਬੱਚਾ ਮੰਗਦਾ ਹੈ, ਮਾਂ ਦਇਆਲ ਹੋ ਜਾਂਦੀ ਹੈ। ਇਵੇਂ ਬੱਚਾ ਬਣ ਕੇ, ਬਾਲਕ ਬਣ ਕੇ ਉਸ ਵਾਹਿਗੁਰੂ ਤੋਂ ਇਹ ਦਾਤ ਮੰਗੀਏ। ਪ੍ਰਭੂ, हे ਵਾਹਿਗੁਰੂ ਜੀ, ਕਿਰਪਾ ਕਰੋ, ਮੇਰੇ ਅੰਦਰ ਨਾਮ ਦੀ ਦਾਤ ਪਾ ਦਿਓ, ਮੇਰੀ ਝੋਲੀ ਵਿੱਚ ਨਾਮ ਦੀ ਇਹ ਉੱਤਮ ਦਾਤ ਬਖਸ਼ ਦਿਓ, ਤਾਂ ਕਿ ਇਹ ਲੋਕ ਅਤੇ ਪਰਲੋਕ ਮੈਂ ਵੀ ਸੁਹੇਲਾ ਕਰ ਸਕਾਂ। ਇਹ ਸਾਰੇ ਸ਼ਬਦ ਦੇ ਨਿਚੋੜ ਨੂੰ ਅਗਰ ਅਸੀਂ ਕੁੰਜੀਵਤ ਕਹਿਣਾ ਹੋਵੇ ਤਾਂ ਭਗਤ ਭਾਈ ਗੁਰਦਾਸ ਜੀ, ਜੋ ਸਿੱਖ ਧਰਮ ਦੇ विद्वान ने, सिख धर्म के स्कॉलर ने, व्याख्याकार ने, अपने एक कवित विच भगत कबीर जी के सारे शब्द का कुंजी, सारे शब्द का निचोड़ अपनी कवित विच बयान कर जाते हैं कि सिख गुरु प्यारा सतसंगी जन जो बनता है वो पर तन का गामी नहीं बनता। देख पराइयां चंगियां मावां धियां भैणां जान। गुरसिख पराया धन इकट्ठा नहीं करता, क्योंकि वो पराया धन हलाल समझदा है, हक हराम हराम समझदा है। वो पराया हक नहीं मारदा, हक पराया नानका वो सूर गाए हो जाता है। वो पर अपवाद नहीं करता, दूजे नूं माड़ा चंगा कह के विवाद झगड़े नहीं पाउंदा, क्योंकि वो सारियां विच परमात्मा नूं एक समान वेखदा है। वो दूजियां नाल ईर्खा भी नहीं करता। वो हमेशा अपने मन नूं गुरु दी बाणी दे नाल जोड़ के, गुरु दे उपदेशां नूं सुण के, वो पराई ईर्खा नूं अपने मन विचों कढ के वगा मारदा है। भाई गुरदास जी आखते हैं, पर त्रिया दीर्घ समान लघु जाप देख, जननी भगनी सुता रूप कह निहारी है। पराई औरत नूं वेख के भावें छोटी होवे चाहे वह वड्डी होवे, भाई गुरदास जी आखते हैं वो अपनी मां भैन धी करके विखाणदा है। पर दर बासै गऊ बास तुल जानी है, पर दर बासै गऊ बास तुल जान हृदय। पराया धन देख के वो इस इंज समझदा जिवें हिंदू लई गां दा मांस खाना है, इवें सिख लई पराया धन खाण दे बराबर हो जाता है। की जैना स्पर्श अपरस सिधारी है, वो स्पर्श नहीं करता पराए धन, वो दूजे का हक आप खा के अपना नहीं बनाउंदा, वो तो अपरस रहिंदा है, वो स्पर्श ही नहीं करता, छूंदा तक नहीं है पराए धन। घट घट पूर्ण ब्रह्म जोत ओत पोत, वो सारियां विच परमात्मा की जोत नूं वेखदा है। ਅਤੇ ਅਵਗੁਣ ਗੁਣ ਕਾਹੂ ਕੋ ਨਾ ਵਿਚਾਰੀ ਹੈ। ਉਹ ਕਿਸੇ ਦੇ ਗੁਣ ਤੇ ਔਗੁਣਾਂ ਦੀ ਬਹੁਤੀ ਚਰਚਾ 'ਚ ਨਹੀਂ ਪੈਂਦਾ। ਉਹ ਸਿਰਫ ਆਪਣੇ ਜੀਵਨ ਨਾਲ ਸਾਰ ਰੱਖਦਾ ਕਿ ਮੇਰੇ ਜੀਵਨ ਵਿੱਚ ਕਦੀ ਵੀ ਕਿਸੇ ਦਾ ਬੁਰਾ ਨਾ ਆਵੇ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਭਾਈ ਗੁਰਦਾਸ ਜੀ ਆਖਦੇ ਨੇ, ਘਟ ਘਟ ਪੂਰਨ ਬ੍ਰਹਮ ਜੋਤ ਓਤ ਪੋਤ, ਅਵਗੁਣ ਗੁਣ ਕਾਹੂ ਕੋ ਨਾ ਵਿਚਾਰੀ ਹੈ। ਉਹ ਦੂਜਿਆਂ ਦੇ ਗੁਣ ਔਗੁਣਾਂ ਦੀ ਚਰਚਾ ਵਿੱਚ ਪੈ ਕੇ ਝਗੜੇ ਨਹੀਂ ਪੈਂਦਾ। ਅਤੇ ਉਹ ਤਾਂ गुरु उपदेश मन धावत बरज पर, वो पराइयां चीज़ां तो अपने मन नूं हमेशा वर्ज के रखदा, हमेशा बचा के रखदा है, क्योंकि वो गुरु उपदेश सिखाउंदा ही ये है। फिर ओहदे वास्ते पर तन पर पर तन पर तन पर दुख ना निवारी है। वो पराई ईर्खा नूं पराए धन दे उपर, पराए तन दे उपर, पराए दुख, किसी दा दुख दूर करन दे यतन तां करदा है, पर पराइयां नूं देख के ईर्खा नहीं करदा, दुखी नहीं हुंदा कि उहनूं क्यों मिल गया, वो सुखी क्यों है। वो तो बस अपने आप दे विच उस परमात्मा की प्रेमा भगती विच जीवन विसार के लगा के अपने जीवन नूं सफला कर जांदा है। भगत कबीर जी दे अज दे शब्द दा तत्सार भाई गुरदास जी दे इस कवित विच उही बयान किया गया कि अगर सचमुच मनुख ने साध संगत विच आउणा शुरू कर दिता, अगर सचमुच साध संगत विच आके जीवन की घाट घड़ी गई, तो उस दा साध संगत विच आया लाहेवंद है। नहीं तो साड़ी तरह मत्था टेकण ਅਤੇ केवल मंगा रखण लई ही गुरुद्वारे जाना ये कर्म कांड ही बन के रह जाता है। सतगुरु बख्शिश करन सानू सत संगत का असल प्रयोजन अपने विकारां नूं दूर करके
ਉਸ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਜੁੜਨ ਦੀ ਜਾਚ ਆ ਸਕੇ, ਤਾਂ ਕਿ ਇਹ ਲੋਕ ਪਰਲੋਕ ਸੁਹੇਲਾ ਹੋ ਜਾ ਸਕੇ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਵੀਰ ਕੁਲਵੰਤ ਸਿੰਘ ਜੀ ਆਪ ਜੀ ਦਾ। ਆਪ ਜੀ ਨੇ ਭਗਤ ਕਬੀਰ ਜੀ ਦੇ ਸ਼ਬਦ ਦੀ ਵਿਚਾਰ ਬਖੂਬੀ ਸਾਡੇ ਨਾਲ ਸਾਂਝੀ ਕੀਤੀ ਹੈ। ਭਗਤ ਕਬੀਰ ਜੀ ਨੇ ਜੋ ਰਹਾਉ ਦੀ ਪੰਕਤੀ ਵਿੱਚ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਸਾਧੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ, ਆਪਣੇ ਅਪਰਾਧ ਦਾ ਕਾਰਨ ਸ਼ਬਦ ਵਿੱਚ ਬੜਾ ਸਪਸ਼ਟ ਕਰ ਦਿੱਤਾ, ਸਾਡੇ ਸਾਹਮਣੇ ਆ ਗਿਆ। ਕਾਰਨ ਕੀ ਹੈ ਕਿ ਮੈਂ ਸਾਰੀ ਜ਼ਿੰਦਗੀ ਪਰਾਏ ਧਨ ਵਿੱਚ, ਦੂਜਿਆਂ ਨਾਲ ਵੈਰ ਵਿਰੋਧ ਵਿੱਚ, ਪਰਾਈ ਇਸਤਰੀ ਵਿੱਚ ਤੇ ਪਰਾਈ ਨਿੰਦਾ ਦੇ ਵਿੱਚ ਸਾਰੀ ਜ਼ਿੰਦਗੀ ਇਸੇ ਕੰਮਾਂ 'ਚ ਗੁਜ਼ਾਰ ਦਿੱਤੀ। ਚਾਰ ਚੀਜ਼ਾਂ ਦਾ ਜ਼ਿਕਰ ਆਪ ਜੀ ਨੇ ਸੁਣਿਆ ਕਿ ਭਗਤ ਕਬੀਰ ਜੀ ਨੇ ਇਹਦੇ 'ਚ ਕੀਤਾ। ਪਰ ਤਨ, ਪਰ ਅਪਵਾਦ, ਨਾਰ, ਨਿੰਦਾ, ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ। ਅਸਲ 'ਚ ਸਾਡੀ ਜ਼ਿੰਦਗੀ ਦੀ ਖੇਡ ਵੀ ਇਹੋ ਹੀ ਹੈ ਕਿ ਸਾਰੀ ਜ਼ਿੰਦਗੀ ਇਹਨਾਂ ਚਾਰ ਚੀਜ਼ਾਂ ਦੇ ਵਿੱਚ ਹੀ ਨਿਕਲ ਜਾਂਦੀ ਹੈ। ਨਿੰਦਾ ਕਰਦੇ ਹਾਂ, ਪਤਾ ਨਹੀਂ ਕਿੰਨਾ ਜ਼ਿੰਦਗੀ ਦਾ ਸਮਾਂ ਬਰਬਾਦ ਕਰ ਦਿੰਦੇ ਆ। ਦੂਜਿਆਂ ਨਾਲ ਵੈਰ ਵਿਰੋਧ, ਹਰ ਵੇਲੇ ਮਨ ਭਰਿਆ ਪਿਆ ਹੈ। ਦੂਜੇ ਦਾ ਧਨ ਦੇਖ ਕੇ ਅੰਦਰ ਈਰਖਾ ਹੈ, ਰੂਪ ਦੇਖ ਕੇ ਤਾਂ ਮਨ ਬਿਲਕੁਲ ਚੰਚਲ ਹੀ ਹੋ ਜਾਂਦਾ ਹੈ। ਇਹ ਇਹੋ ਕਾਰਨ ਹੈ ਕਿ ਜਦੋਂ ਮਨ ਇਹਨਾਂ ਵਿੱਚ ਹੋਏਗਾ, ਫਿਰ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ ਜਾ ਸਕਦੀ। ਬੰਦਗੀ ਦੇ ਲਈ, ਇਹਨਾਂ ਚੀਜ਼ਾਂ ਦੇ ਉੱਤੇ ਕਾਬੂ ਪਾਉਣ ਲਈ ਗੁਰੂ ਦੀ ਅਰਦਾਸ ਬੇਨਤੀ ਭਗਤ ਕਬੀਰ ਜੀ ਨੇ ਕੀਤੀ, ਤੇ ਉਹੀ ਅਰਦਾਸ ਬੇਨਤੀ ਅਸੀਂ ਕਰਨੀ ਹੈ, ਪਾਤਸ਼ਾਹ ਜੀ ਸਾਨੂੰ ਇਹਨਾਂ ਤੋਂ ਬਚਾ ਕੇ ਆਪਣੀ ਯਾਦ ਪਿਆਰ ਬਖਸ਼ੋ। ਧੰਨਵਾਦ ਹੈ ਵੀਰ ਕੁਲਵੰਤ ਸਿੰਘ ਜੀ। ਵੀਰ ਅੰਪੀ ਸਿੰਘ ਜੀ, ਆਪ ਜੀ ਨੂੰ ਬੇਨਤੀ ਹੈ, ਕਿਰਪਾ ਕਰੋ ਜੀ, ਆਪ ਜੀ ਸਵਾਲ ਲੈ ਲਓ ਜੀ।